ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਖੁਸ਼ੀ ਦੀ ਗੱਲ ਇਹ ਹੈ ਕਿ ਲਿਨ ਵੈਲੀ ਕੇਅਰ ਸੈਂਟਰ, ਜਿੱਥੇ ਕਿ BC ਦੇ ਵਿੱਚ ਕਰੋਨਾ ਵਾਇਰਸ ਦੇ ਕੇਸ ਸਭ ਤੋਂ ਜ਼ਿਆਦਾ ਸੀ ਤੇ ਹੁਣ ਉਹਨੂੰ ਫ੍ਰੀ ਕਰ ਦਿੱਤਾ ਗਿਆ, ਜਿੱਥੇ ਕਿਹਾ ਗਿਆ ਕਿ ਕਈ ਦਿਨਾਂ ਤੋਂ ਉੱਥੇ ਕੋਈ ਵੀ ਮਰੀਜ਼ ਦੇ ਵਿੱਚ ਸਿੰਪਟਮ ਨਹੀਂ ਪਾਏ ਗਏ ਤੇ ਕੋਈ ਵੀ ਨਵਾਂ ਮਰੀਜ਼ ਨਹੀਂ ਆਇਆ। ਸੋ ਉਹ ਕੇਅਰ ਹੋਮ ਤੋਂ ਰਿਸਟ੍ਰਿਕਸ਼ਨਸ ਹਟਾ ਦਿੱਤੀਆਂ ਗਈਆਂ ਨੇ ਤੇ ਉੱਥੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। 8 ਕੇਸ ਜਿਹੜੇ BC ਦੇ ਵਿੱਚ ਆਏ ਨੇ ਮਿਡ ਮਾਰਚ ਤੋਂ ਲੈ ਕੇ ਹੁਣ ਤੱਕ, ਸਭ ਤੋਂ ਘੱਟ ਗਿਣਤੀ ਜਿਹੜੀ ਉਹ ਕੱਲ ਦੇਖੀ ਗਈ ਹੈ। ਸੋ ਅੱਗੇ ਜੋ ਅਪਡੇਟਸ ਆਉਂਦੀਆਂ ਰਹਿੰਦੀਆਂ ਨੇ ਉਹਦੇ ਹਿਸਾਬ ਦੇ ਨਾਲ ਹੋ ਸਕਦਾ ਹੈ ਕਿ ਜੂਨ ਦੇ ਤੱਕ ਅਸੀਂ ਕੋਈ ਵੀ ਕੇਸ BC ਦੇ ਵਿੱਚ ਨਾ ਦੇਖੀਏ, ਪਰ ਸਾਨੂੰ ਸੋਸ਼ਲ ਡਿਸਟੈਂਸ ਬਣਾਈ ਰੱਖਣੀ ਹੋਵੇਗੀ, ਫਿਜ਼ੀਕਲ ਡਿਸਟੈਂਸ ਬਣਾਈ ਰੱਖਣੀ ਹੋਵੇਗੀ। ਸੋ ਡਾਕਟਰਸ ਦਾ ਕੀ ਕਹਿਣਾ ਹੈ ਇਸ ਦੇ ਲਈ ਸਾਨੂੰ ਹਮੇਸ਼ਾ ਅਪਡੇਟ ਕਰਦੇ ਰਹਿੰਦੇ ਨੇ ਡਾਕਟਰ ਪ੍ਰਗਟ ਸਿੰਘ ਪੁਰਜੀ, ਤੇ ਅੱਜ ਵੀ ਉਹ ਸਾਡੇ ਨਾਲ ਨੇ। ਉਹਨਾਂ ਦਾ ਸਵਾਗਤ ਕਰ ਲੈਂਦੇ ਆ ਤੇ ਉਹਨਾਂ ਤੋਂ ਜਾਣਦੇ ਆ ਹੋਰ ਅਪਡੇਟਸ ਨੂੰ। ਸੋ ਡਾਕਟਰ ਪੁਰਜੀ, ਸਵਾਗਤ ਹੈ ਤੁਹਾਡਾ। बहुत बहुत धन्यवाद अर्श जी। साਰਿਆਂ ਨੂੰ सत श्री अकाल, नमस्ते, सलाम, आदाब, वाहिगुरू जी का खालसा, वाहिगुरू जी की फतेह। ਕਿਵੇਂ ਹੋ ਜੀ? ਕਿਵੇਂ ਚੱਲ ਰਿਹਾ ਸਭ ਕੁਝ? ਪਰ ਠੀਕ ਠਾਕ ਹੈ, ਬਹੁਤ ਵਧੀਆ। ਔਰ ਜਦੋਂ ਤੁਸੀਂ ਜ਼ਿਕਰ ਕੀਤਾ ਵੀ ਖੁਸ਼ੀ ਦੀ ਗੱਲ ਹੈ ਵੀ ਬਹੁਤ ਘਟ ਗਏ ਆ ਕੇਸਿਸ। 8 ਕੇਸਿਸ ਕੱਲ ਆਏ ਸੀ ਬ੍ਰਿਟਿਸ਼ ਕੋਲੰਬੀਆ ਚ, ਲੇਕਿਨ 53 ਰਿਕਵਰ ਵਾਲੇ ਵੀ ਆਏ ਸੀ। ਔਰ ICU ਚ ਸਿਰਫ 21 ਕੇਸ ਹੈ ਔਰ ਸਿਰਫ 77 ਕੇਸਿਸ ਹੈਗੇ ਹਸਪੀਟਲ ਚ। ਇਹਦਾ ਮਤਲਬ ਹੈਗਾ ਵੀ ਅਸੀਂ ਲਗਭਗ ਕਰਵ ਜਿਹੜੀ ਹੈਗੀ ਥੱਲੇ ਨੂੰ ਆ ਕੇ ਬਿਲਕੁਲ ਹੁਣ ਅਸੀਂ ਜ਼ੀਰੋ ਦੇ ਲਾਗੇ ਅਪੜਾਂਗੇ। ਅਗਰ ਇਦਾਂ ਹੀ ਕਰਦੇ ਰਹੇ ਤਕਰੀਬਨ ਮਿਡਲ ਆਫ ਜੂਨ ਤੱਕ ਡੈਫੀਨੇਟਲੀ ਕੈਨੇਡਾ ਡੇ ਤੱਕ ਸਾਡੇ ਕੇਸਿਸ ਜ਼ੀਰੋ ਹੋਣ ਦੀ ਸੰਭਾਵਨਾ ਹੈਗੀ ਹੈ। ਔਰ ਇਹ ਕਿਉਂ ਹੋਇਆ? ਕਿਉਂਕਿ ਸਾਰਿਆਂ ਨੇ ਘਰਾਂ ਦੇ ਵਿੱਚ ਰਹੇ, ਫਿਜ਼ੀਕਲ ਡਿਸਟੈਂਸ ਮੇਨਟੇਨ ਕੀਤਾ, ਹੈਂਡ ਵਾਸ਼ਿੰਗ, ਸੋਪ ਔਰ ਵਾਟਰ ਜਾਂ ਸੈਨੀਟਾਈਜ਼ਰ, ਔਰ ਅਸੀਂ ਜਦੋਂ ਬਾਹਰ ਜਾਂਦੇ ਹਾਂ ਤੇ ਮਾਸਕ ਲਾਉਂਦੇ ਹਾਂ। ਸੋ ਅਸੀਂ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਫੋਲੋ ਕੀਤੀਆਂ, ਜਿਹਦੇ ਨਾਲ ਇਹ ਬ੍ਰਿਟਿਸ਼ ਕੋਲੰਬੀਆ ਦੀ ਇੱਕ ਹੋਰ ਵਿਲੱਖਣਤਾ ਹੈਗੀ ਆ ਵੀ ਅਗਰ ਆਪਾਂ ਇਹਦੀ ਡੈਥ ਰੇਟ ਦੇਖੀਏ ਤਾਂ 21.5 ਆ ਪਰ ਮਿਲੀਅਨ। ਸੋ ਅਸੀਂ 5.1 ਮਿਲੀਅਨ ਦਾ ਸਾਡਾ ਪ੍ਰੋਵਿੰਸ ਹੈਗਾ। ਅਗਰ ਕੋਈ ਵੀ ਏਰੀਆ ਪੂਰੇ ਨਾਰਥ ਅਮਰੀਕਾ 'ਚ ਤੁਸੀਂ ਲੈ ਲਓ, ਕੋਈ ਪ੍ਰੋਵਿੰਸ ਜਾਂ ਸਟੇਟ ਪੂਰੇ ਨਾਰਥ ਅਮਰੀਕਾ 'ਚ ਲੈ ਲਓ, ਜਾਂ ਯੂਰਪ 'ਚ ਵੀ ਕੋਈ ਕੰਟਰੀ ਲੈ ਲਓ ਜਿਹੜੀ 5 ਮਿਲੀਅਨ ਤੋਂ ਉੱਤੇ ਆ, BC ਦਾ ਰੇਟ ਸਾਰਿਆਂ ਤੋਂ ਲੋਵੈਸਟ ਹੈਗਾ। ਸੋ ਵੀ ਆਰ ਵੈਰੀ ਲੱਕੀ। ਤੇ ਓਨਟਾਰੀਓ ਦਾ ਹੈਗਾ ਕਰੀਬਨ 57 ਪਰ ਮਿਲੀਅਨ, ਕਿਊਬੈਕ ਦਾ 147 ਹੈਗਾ। ਔਰ ਇਹ ਜਿਹੜੀ ਹੈਗੀ ਸਭ ਤੋਂ ਜ਼ਿਆਦਾ 79% ਇਹਦਾ ਅਸਰ ਰੈਸੀਡੈਂਸ਼ੀਅਲ ਕੇਅਰ ਹੋਮ ਤੇ ਜਿਹੜੇ ਸਾਡੇ ਬਜ਼ੁਰਗ ਮਾਤਾ ਤੇ ਪਿਤਾ ਕਹਿ ਲਓ ਰਹਿੰਦੇ ਸਨ, ਉਹਨਾਂ ਦੇ ਉੱਤੇ ਹੋਇਆ। ਔਰ ਮਾਨਯੋਗ ਪ੍ਰਧਾਨ ਮੰਤਰੀ ਨੇ ਵੀ ਕਿਹਾ ਵੀ ਇਹਦੇ ਉੱਤੇ ਕੋਈ ਨੈਸ਼ਨਲ ਪਾਲਿਸੀ ਜਾਂ ਹੋਰ ਸਾਨੂੰ ਲੈ ਕੇ ਆਉਣੀ ਚਾਹੀਦੀ ਤਾਂ ਕਿ ਇੰਡਸਟਰੀ ਰੈਗੂਲੇਟ ਹੋਏ ਔਰ ਇਸ ਤੋਂ ਅਸੀਂ ਸਿੱਖੀਏ ਵੀ ਫਿਊਚਰ 'ਚ ਬਜ਼ੁਰਗਾਂ ਨੂੰ ਆਪਾਂ ਕਿੱਦਾਂ ਅੱਛੀ ਤਰ੍ਹਾਂ ਸੰਭਾਲ ਸਕਦੇ ਹਾਂ। ਇਸ ਵੇਲੇ ਤਾਂ ਉਹਨਾਂ ਨੇ ਮੰਨਿਆ ਵੀ ਸਾਡੇ ਤੋਂ ਇੰਨੀ ਜ਼ਿਆਦਾ ਸੰਭਾਲ ਨਹੀਂ ਹੋਈ ਔਰ ਉਹ ਏਰੀਆ ਜਿਹੜਾ ਸਭ ਤੋਂ ਜ਼ਿਆਦਾ ਵਰਸਟ ਅਫੈਕਟਡ ਹੋਇਆ। ਬਿਲਕੁਲ, ਜਿਵੇਂ ਅਸੀਂ ਗੱਲ ਕੀਤੀ ਕਿ ਇਹ ਸਾਡਾ ਨਿਊ ਨਾਰਮਲ ਹੈਗਾ ਆ, ਹੁਣ ਅਸੀਂ ਇਸੇ ਤਰ੍ਹਾਂ ਦੀ ਜ਼ਿੰਦਗੀ ਅੱਗੇ ਜਿਉਣੀ ਹੈਗੀ ਹੈ। ਸੋ ਇਦਾਂ ਹੀ ਸਾਨੂੰ ਫਿਜ਼ੀਕਲ ਡਿਸਟੈਂਸ ਬਣਾ ਕੇ ਰੱਖਣਾ ਹੋਏਗਾ। ਸੋ ਨਾਲ ਨਾਲ ਹੁਣ ਅਸੀਂ ਨਿਊਜ਼ੀਲੈਂਡ ਦੀ ਜੇ ਗੱਲ ਕਰੀਏ, ਉੱਥੇ ਉਹਨਾਂ ਨੇ ਹੁਣ ਈਜ਼ ਕਰ ਦਿੱਤਾ ਹੈਗਾ, ਉੱਥੇ ਨਹੀਂ ਕੋਈ ਕੇਸ ਆ ਰਿਹਾ। ਆਸਟ੍ਰੇਲੀਆ ਦੇ ਨਾਲ ਹੁਣ ਉਹ ਸੋਚ ਰਹੇ ਨੇ ਕਿ ਟਰੈਵਲ ਕੀਤਾ ਜਾਵੇ, ਉੱਥੇ ਇੱਕ ਬਬਲ ਦਾ ਜੋ ਕਰ ਰਹੇ ਨੇ ਵਿਸਤਾਰ, ਸੋ ਉਹ ਕੀਤਾ ਜਾ ਰਿਹਾ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਟਰੈਵਲ ਹੈਗੀ ਆ ਉਹ ਕਦੋਂ ਤੋਂ ਸ਼ੁਰੂ ਹੋ ਜਾਵੇਗੀ ਤੇ ਕੀ ਕੁਝ ਉਦੋਂ ਵੀ ਧਿਆਨ 'ਚ ਰੱਖਣਾ ਹੋਵੇਗਾ? ਦੇਖੋ, ਨਿਊਜ਼ੀਲੈਂਡ ਦੇ ਕੇਸਿਸ ਜ਼ੀਰੋ ਹੈਗੇ। ਜਸਿੰਡਾ ਆਰਡਨ ਜਿਹੜੀ ਉਹਨਾਂ ਦੀ ਪ੍ਰਧਾਨ ਮੰਤਰੀ ਹੈਗੀ ਆ, ਪਹਿਲੋਂ ਟੈਰਰਿਸਟ ਅਟੈਕ ਨੂੰ ਜਿਹੜਾ ਮਸਜਿਦ ਤੇ ਹੋਇਆ ਉਹਨੂੰ ਸੰਭਾਲਿਆ, ਫਿਰ ਇਕਨੋਮਿਕ ਕ੍ਰਾਈਸਿਸ, ਤਾਂ ਹੁਣ ਉੱਥੇ ਕੋਵਿਡ ਦੀ ਨਾਲ ਉਹਨਾਂ ਦਾ ਇੱਕ ਛੋਟਾ ਬੇਬੀ। ਸੋ ਸਾਰੀਆਂ ਚੀਜ਼ਾਂ ਦੇਖੋ ਉਹਨਾਂ ਨੇ ਇੰਨੀਆਂ ਸੋਹਣੀਆਂ, ਇੱਕ ਰੋਲ ਮਾਡਲ ਬਣ ਗਏ। ਆਸਟ੍ਰੇਲੀਆ 'ਚ ਵੀ ਕੇਸਿਸ ਬਹੁਤ ਘੱਟ ਆ, ਨਾਮ ਮਾਤਰ ਹੀ ਹੈਗੇ। ਆਸਟ੍ਰੇਲੀਆ ਤੋਂ ਨਿਊਜ਼ੀਲੈਂਡ 40% ਲੋਕੀ ਸਕੀ ਕਰਨ ਆਉਂਦੇ ਆ ਅਗਸਤ ਸੈਪਟੈਂਬਰ 'ਚ, ਕਿਉਂਕਿ ਉੱਥੇ ਵਿੰਟਰ ਸਟਾਰਟ ਹੋ ਜਾਣਾ। ਅਸੀਂ ਹੁਣ ਸਮਰ 'ਚ ਜਾਵਾਂਗੇ, ਉੱਥੇ ਵਿੰਟਰ ਸਟਾਰਟ ਹੋਏ। ਸੋ ਉਹ ਅਗਸਤ 'ਚ ਸੋਚ ਰਿਹਾ। ਦੇਖੋ ਅਜੇ ਵੀ ਹੁਣ ਮਈ ਦੀ ਅੱਜ 5-6 ਤਰੀਕ ਆਪਾਂ ਕਹਿ ਲਈਏ, ਤੇ ਉਹ ਅਗਸਤ 'ਚ ਸੋਚ ਰਿਹਾ ਵੀ ਉਹ ਫਲਾਈਟਾਂ ਖੋਲਣ ਬਿਟਵੀਨ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ। ਸਾਡਾ ਸਭ ਤੋਂ ਜ਼ਿਆਦਾ 90% ਸਾਡਾ ਟ੍ਰੇਡ ਅਮਰੀਕਾ ਦੇ ਨਾਲ ਹੁੰਦਾ, ਟਰੈਵਲਿੰਗ ਵੀ ਇੱਥੇ ਹੁੰਦੀ ਆ। ਲੇਕਿਨ ਜਿਹੜੇ ਪਹਿਲੇ 1000 ਕੇਸਿਸ ਮੌਂਟਰੀਅਲ, ਕਿਊਬੈਕ ਔਰ ਓਨਟਾਰੀਓ 'ਚ ਆਏ ਸੀ, ਉਹਦੇ 40% ਤੋਂ ਜ਼ਿਆਦਾ ਕੇਸਿਸ ਅਮਰੀਕਾ ਤੋਂ ਆਏ ਸੀ, ਬਹੁਤ ਸਾਰੇ ਯੂਰਪ ਤੋਂ ਆਏ ਸੀ। ਸੋ ਅਜੇ ਵੀ ਮੈਨੂੰ ਲੱਗਦਾ ਵੀ ਟਰੈਵਲਿੰਗ ਇੰਨੀ ਸ਼ੁਰੂਆਤ ਨਹੀਂ ਹੋਣੀ। ਸ਼ਾਇਦ ਜੂਨ ਦੇ ਮਹੀਨੇ ਤੋਂ, ਸ਼ਾਇਦ ਮੈਂ ਲਫ਼ਜ਼ ਇਸਤੇਮਾਲ ਕਰ ਰਿਹਾ, ਸ਼ਾਇਦ ਉਸ ਤੋਂ ਸ਼ੁਰੂ ਹੋਗੀ। ਮੇ ਵੀ ਪਹਿਲੋਂ ਇੰਟਰਨਲ ਸ਼ੁਰੂ ਹੋਗੀ, ਜਿਹੜੀ ਇੰਟਰਨੈਸ਼ਨਲ ਟਰੈਵਲਿੰਗ ਹੈ ਜਿਹਦੇ ਉੱਤੇ ਕੋਈ ਗਾਈਡਲਾਈਨਸ ਨਹੀਂ ਆਈਆਂ। ਹਿੰਦੁਸਤਾਨ ਦੇ ਵਿੱਚ ਜਿਹੜੀ ਹੈਗੀ ਹੈ ਇੰਟਰਨਲ ਟਰੈਵਲਿੰਗ ਜਿਹੜੀ ਸ਼ੁਰੂ ਕਰਨ ਦੀ ਸੋਚ ਰਹੇ ਉਹ ਲੋਕ। ਟਿਕਟਾਂ ਦਾ ਭਾਅ ਬਹੁਤ ਵੱਧ ਗਿਆ। ਨਾਰਮਲ ਤੁਹਾਨੂੰ ਬੰਬੇ ਦਿੱਲੀ ਫਲਾਈਟ ਮਿਲ ਜਾਂਦੀ 4000 ਦੀ, ਉਹ ਹੁਣ 12000 ਦੀ ਹੋ ਗਈ, ਕਿਉਂਕਿ ਵਿੱਚ
6-6 ਫੁੱਟ ਦਾ ਉਹਨਾਂ ਨੇ ਰੱਖਣਾ, ਸੀਟਾਂ ਕੱਢ ਦੇਣੀਆਂ, ਨਾਲੇ ਪੈਟਰੋਲ ਕਾਸਟ ਵੱਧ ਜਾਣਾ, ਕਿਉਂਕਿ 에ਅਰਲਾਈਨ ਨੂੰ ਕੰਪਨਸੇਟ ਕਰਨਾ ਪੈਣਾ। ਈਵਨ ਸਾਡੀਆਂ ਟਿਕਟਾਂ ਇੱਥੇ ਵਧਣਗੀਆਂ ਡੈਫੀਨਿਟਲੀ, ਕਿਉਂਕਿ 에ਅਰਲਾਈਨ ਕਿੱਥੋਂ ਆਪਣਾ ਜਿਹੜਾ ਹੈਗਾ ਰੁਝਾਨਾ ਭੁਗਤੂਗਾ। ਸੋ ਫਿਲਹਾਲ ਤਾਂ ਮੈਂ ਕਹੂੰਗਾ ਵੀ ਆਹ ਸਮਰ ਜਿਹੜਾ ਆ ਰਿਹਾ, ਆਪਾਂ ਘਰ ਦੇ ਲਾਗੇ ਚਾਗੇ ਹੀ ਇਹਨੂੰ ਬਿਤਾਈਏ, ਬਹੁਤਾ ਸੋਚੀਏ ਨਾ ਵੀ ਅਸੀਂ ਟਰੈਵਲ ਕਰਨਾ ਜਾਂ ਪਲੇਨਾਂ 'ਚ ਚੜ੍ਹਨਾ ਹੈ ਨਾ, ਉਹ ਰਿਸਕ ਨਾ ਲਈਏ। ਅਗਰ ਕੋਈ ਜਾਂਦਾ ਵੀ ਹੈ ਤਾਂ ਬੜੀ ਉਹਦੀ ਤਹਿਕੀਕਾਤ ਹੋਏਗੀ, ਉਹਦਾ ਟੈਂਪਰੇਚਰ ਚੈੱਕ ਕੀਤਾ ਜਾਏਗਾ। ਅਗਰ ਉਹਦਾ ਟੈਂਪਰੇਚਰ ਮਾੜਾ ਜਿਹਾ ਵੀ ਉੱਤੇ ਆ, ਉਹਨੂੰ ਨਹੀਂ ਚੜ੍ਹਨ ਦਿੱਤਾ ਜਾਏਗਾ, ਉਹਨੂੰ ਕਿਹਾ ਜਾਊਗਾ ਵੀ ਤੈਨੂੰ ਪੈਸੇ ਨਹੀਂ ਮਿਲਣੇ ਤੇ ਤੇਰੀ ਟਿਕਟ ਅੱਗੇ ਕੋਈ ਟਰੈਵਲ ਵਾਸਤੇ ਤੂੰ ਯੂਜ਼ ਕਰ ਲਈ। ਸੋ ਸਾਰੇ ਗਾਈਡਲਾਈਨਸ ਜਿਹੜੇ ਹੈਗੇ ਆ, ਜੇ 에ਅਰਲਾਈਨ ਇੰਡਸਟਰੀ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੀ ਆ। 94 ਪਲੇਨਸ ਹਿੰਦੁਸਤਾਨ ਦੀ ਸਰਕਾਰ ਜਿਹੜੀ ਹੈਗੀ ਆਲ ਓਵਰ ਵਰਲਡ, ਜਿਹੜੇ ਉਹਨਾਂ ਦੇ ਸਿਟੀਜ਼ਨ ਹੈਗੇ ਉਹਨਾਂ ਦੇ ਲਈ ਕੋਸ਼ਿਸ਼ ਕਰ ਰਹੀ ਆ। ਅਮਰੀਕਾ ਤੋਂ ਮੇਰੇ ਖਿਆਲ ਨਾਲ 1 ਲੱਖ ਰੁਪਈਆ ਉਹਨਾਂ ਨੇ ਦੱਸਿਆ, ਕਰੀਬਨ $2000 ਹੁੰਦਾ, ਬਾਕੀ ਵੱਖ-ਵੱਖ ਕੰਟਰੀਜ਼ ਦਾ ਹੋਊਗਾ ਰੇਟ। ਸੋ ਇਹ ਮੈਂ ਕਹੂੰਗਾ ਵੀ ਆਹ ਜਿਹੜਾ ਸਾਲ ਹੈਗਾ, ਚੁੱਪ ਕਰਕੇ ਆਪਣੇ ਘਰ ਦੇ ਲਾਗੇ ਚਾਗੇ ਜਾਂ ਜਦੋਂ ਤੁਹਾਨੂੰ ਗਾਈਡਲਾਈਨਸ ਮਿਲਦੀਆਂ, ਥੋੜਾ ਬਹੁਤ ਆਪਣੇ ਪ੍ਰੋਵਿੰਸ, ਆਪਣੇ ਇਰਦ ਗਿਰਦ ਟਰੈਵਲ ਕਰਨ ਦੀ ਕੋਸ਼ਿਸ਼ ਕਰੀਏ ਜਦੋਂ ਗਾਈਡਲਾਈਨਸ ਮਿਲਦੀਆਂ। ਅਜੇ ਨਹੀਂ, ਜਦੋਂ ਗਾਈਡਲਾਈਨਸ ਮਿਲਦੀਆਂ ਉਦੋਂ। ਦੂਜੀ ਗੱਲ ਹੈਗੀ ਆ ਵੀ ਮੈਂ ਇੱਕ ਪੋਸਟ ਵੀ ਪਾਈ ਸੀ ਵੀ ਜਿਹੜਾ ਸਾਡੀ ਜਕੂਜ਼ੀ ਹੈਗੀ ਆ, ਉਹ ਸਮਝੋ ਵੀ ਉਹ ਕਰੂਜ਼ ਸ਼ਿਪ ਹੈਗੀ ਆ ਨਾ। ਜਿਹੜਾ ਕ੍ਰਾਲ ਸਪੇਸ ਹੈਗਾ ਸਮਝੋ ਵੀ ਉਹ ਮੈਡੀਟੇਸ਼ਨ ਸੈਂਟਰ ਹੈਗਾ। ਜਿਹੜਾ ਕਿਚਨ ਆ ਉਹਨੂੰ ਕਿਚਨ ਪੂਰਾ ਬਣਾ ਲਓ, ਮਤਲਬ ਮਨ ਨੂੰ ਸਮਝਾਉਣ ਦੀ ਗੱਲ ਹੁੰਦੀ ਹੈ ਨਾ। ਸੋ ਇਹ ਜਿਹੜਾ ਸਮਾਂ ਹੈਗਾ ਇਹ ਥੋੜਾ ਔਖਾ। ਹੋਪਫੁਲੀ ਅਗਲੇ ਸਾਲ ਅਸੀਂ ਜ਼ਿਆਦਾ ਟਰੈਵਲਿੰਗ ਕਰ ਪਾਵਾਂਗੇ। ਇਸ ਸਾਲ ਤੇ ਮੈਂ ਕਹੂੰਗਾ ਵੀ ਅਸੀਂ ਅਵੋਇਡ ਕਰੀਏ ਵੀ, ਔਰ ਪਲਾਨਸ ਵੀ ਆਪਾਂ ਡ੍ਰੌਪ ਕਰ ਦਈਏ। ਜਿੱਦਾਂ ਇੱਕ ਸਟੱਡੀ ਨੇ ਵੀ ਕਿਹਾ ਹੈਗਾ ਆ ਕਿ ਤੁਸੀਂ ਘਰਾਂ ਦੇ ਵਿੱਚ ਹੁਣ ਅਸੀਂ ਜ਼ਿਆਦਾ ਫੂਡ ਬਣਾਉਣ ਲੱਗ ਜਾਵਾਂਗੇ। ਸੋ ਮੇਰਾ ਇਹ ਸਵਾਲ ਪੁੱਛਣ ਦਾ ਤੁਹਾਡੇ ਤੋਂ ਇਰਾਦਾ ਇਹ ਸੀਗਾ ਕਿ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਵਿੱਚ ਹੁਣ ਵਿੰਟਰ ਆ ਰਹੀ ਹੈ। ਸੋ ਵਿੰਟਰ ਦੇ ਵਿੱਚ ਕਹਿ ਰਹੇ ਆ ਕਿ ਵਾਇਰਸ ਹੋਰ ਤੇਜ਼ੀ ਦੇ ਨਾਲ ਵਧੇਗਾ। ਸੋ ਕੀ ਕਾਰਨ? ਇਹੀ ਕਾਰਨ ਸੀ ਕਿ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਕੇਸ ਵੀ ਘੱਟ ਸੀਗੇ ਕਿਉਂਕਿ ਉੱਥੇ ਗਰਮੀ ਜ਼ਿਆਦਾ ਸੀ, ਜਾਂ ਦੂਜੀ ਵੇਵ ਉੱਥੇ ਆਵੇਗੀ? ਸੋ ਕੀ ਅਗਲੇ ਸਮੇਂ ਦੇ ਵਿੱਚ ਆਉਣ ਨੂੰ ਮਿਲੇਗਾ? ਕਿਉਂਕਿ ਕੈਨੇਡਾ ਦੇ ਵਿੱਚ ਵੀ ਕਹਿ ਰਹੇ ਆ ਕਿ ਜੇ ਹੁਣ ਅਸੀਂ ਜੂਨ ਤੱਕ ਸਹੀ ਵੀ ਹੋ ਜਾਂਦਾ ਸਾਰਾ ਕੁਝ, ਤਾਂ ਫੇਰ ਚਾਂਸਸ ਹੈਗੇ ਆ ਕਿ ਨਵੰਬਰ ਦਸੰਬਰ ਦੇ ਵਿੱਚ ਫੇਰ ਵੇਵ ਦੁਬਾਰਾ ਆ ਜਾਏਗੀ ਕਰੋਨਾ ਵਾਇਰਸ ਦੀ। ਜਿਹੜੇ ਇਨਫੈਕਸ਼ਨ ਡਿਜ਼ੀਜ਼ ਦੇ ਮਾਹਿਰ ਆ, ਜਿਹੜੇ ਐਪੀਡੈਮੀਓਲੋਜੀ ਦੇ ਮਾਹਿਰ ਆ, ਜਿਹੜੇ ਪਬਲਿਕ ਹੈਲਥ ਦੇ ਮਾਹਿਰ, ਉਹ ਸਾਰੇ ਹੀ ਕਹਿ ਰਹੇ ਆ, ਅਮਰੀਕਾ, ਕੈਨੇਡਾ, ਆਲ ਓਵਰ ਦ ਵਰਲਡ, ਵੀ ਇਹਦੀ ਸੈਕਿੰਡ ਵੇਵ ਨਾਰਥ ਅਮਰੀਕਾ 'ਚ ਆਊਗੀ ਵਿੰਟਰ ਦੇ ਲਾਗੇ ਚਾਗੇ। ਰੈਗੂਲਰ ਫਲੂ ਵੀ ਹੋਊਗਾ, ਨਾਲ ਕੋਵਿਡ ਵੀ ਚੱਲੂਗਾ। ਲੇਕਿਨ ਕਿਸੇ ਨੂੰ ਨਹੀਂ ਪਤਾ। ਇਹ ਮਤਲਬ ਇਹ ਪ੍ਰੋਜੈਕਟਸ ਕਰ ਰਹੇ ਆ ਆਪਣੇ, ਜਿਹੜੇ ਉਹਨਾਂ ਦਾ ਐਕਸਪੀਰੀਅੰਸ ਆ ਉਹਦੇ ਤੋਂ। ਹੁਣ ਜਿਹੜਾ ਨਾ ਵਾਇਰਸ ਹੈਗਾ, ਮੈਂ ਮੰਨਦਾ ਵੀ 35-40 ਡਿਗਰੀ ਟੈਂਪਰੇਚਰ ਹੋਏਗਾ ਤੇ ਵਾਇਰਸ ਟੁੱਟ ਜਾਂਦਾ, ਬਹੁਤ ਫ੍ਰੈਜਾਈਲ ਵਾਇਰਸ ਹੈ। ਲੇਕਿਨ ਘਰਾਂ ਦੇ ਵਿੱਚ ਥੋੜੀ ਆਪਾਂ 35-40 ਡਿਗਰੀ ਟੈਂਪਰੇਚਰ ਰੱਖਦੇ ਹਾਂ, ਉੱਥੇ ਆਪਾਂ ਪੱਖਾ ਲਾਇਆ ਹੁੰਦਾ, 에ਅਰ ਕੰਡੀਸ਼ਨਿੰਗ ਹੁੰਦੀ ਆ। ਸੋ ਟ੍ਰਾਂਸਮਿਟ ਤੇ ਘਰ ਦੇ ਵਿੱਚ ਹੀ ਹੁੰਦਾ ਮੋਸਟਲੀ, ਅਗਰ ਹੋਊਗਾ ਕੋਈ ਬਾਹਰੋਂ ਲੈ ਕੇ ਆਇਆ ਜਾਂ ਮਤਲਬ ਇੰਟਰੋਡਿਊਸ ਹੋਇਆ ਘਰ ਦੇ ਵਿੱਚ। ਦੂਜੀ ਗੱਲ ਇਹ ਹੈਗੀ ਆ ਵੀ ਜਦੋਂ ਜਸਿੰਡਾ ਆਰਡਨ ਨੂੰ ਪਤਾ ਲੱਗਾ, ਨਿਊਜ਼ੀਲੈਂਡ ਜਿਹੜੀ ਪ੍ਰਾਈਮ ਮਿਨਿਸਟਰ ਹੈਗੀ ਆ, ਉਹਨਾਂ ਨੇ ਜਨਵਰੀ ਦੇ ਵਿੱਚ ਹੀ ਲਾਕਡਾਊਨ ਸ਼ੁਰੂ ਕੀਤਾ ਸੀ। ਅਸੀਂ ਮਿਡ ਮਾਰਚ 'ਚ ਜਾ ਕੇ ਕੀਤਾ। ਸੋ ਤੁਸੀਂ ਦੇਖੋ, ਈਵਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਰਾ ਪਤਾ ਲੱਗਾ, ਪੂਰੀ ਕੰਟਰੀ ਲਾਕਡਾਊਨ ਕਰਤੀ ਸੀ, ਸਾਰੇ ਇੰਟਰਨੈਸ਼ਨਲ ਫਲਾਈਟ ਉਹਨਾਂ ਨੇ ਬੰਦ ਕਰਤੇ ਸੀ। ਸੋ ਅਸੀਂ ਬਹੁਤ ਲੇਟ, ਔਰ ਮੈਂ ਤੁਹਾਨੂੰ ਪਹਿਲਾਂ ਦੱਸਿਆ 40% ਤੋਂ ਜ਼ਿਆਦਾ ਕੇਸਿਸ ਤਾਂ ਅਮਰੀਕਾ ਤੋਂ ਆਏ, ਤਾਂ ਐਂਡ ਆਫ ਮਾਰਚ ਤੱਕ ਤਾਂ ਸਾਡਾ ਬਾਰਡਰ ਉਦਾਂ ਹੀ ਓਪਨ ਸੀ। ਸੋ ਇਹ ਸਾਰੀ ਚੀਜ਼ਾਂ ਲਰਨਿੰਗ ਐਕਸਪੀਰੀਅੰਸ ਹੈ। ਕਿਸੇ ਨੂੰ ਨਹੀਂ ਪਤਾ ਹੁੰਦਾ ਵੀ ਇਹ ਵਾਇਰਸ ਕਿੱਦਾਂ ਸਪਰੈਡ ਹੋ ਰਿਹਾ ਸੀ। ਇਹ ਹੁਣ ਪਤਾ ਲੱਗ ਰਿਹਾ ਕਿਉਂਕਿ ਉਹਦੀ ਜੈਨੇਟਿਕ ਪੁਸ਼ਟੀ ਜਦੋਂ ਕੀਤੀ ਜਾ ਰਹੀ ਵੀ ਵਾਇਰਸ ਕਿੱਥੋਂ ਆਇਆ। ਦੂਜੀ ਗੱਲ, ਤੁਸੀਂ ਜਿੱਦਾਂ ਕਹੀਏ ਆਮ ਵੀ ਜਦੋਂ ਸਮਰ ਹੁੰਦਾ, ਮੈਂ ਮੰਨਦਾ ਰੈਗੂਲਰ ਕੋਲਡ ਵੀ, ਫਲੂ ਵੀ ਘਟਦਾ ਤੇ ਸੰਭਾਵਨਾ ਵੀ ਕੋਵਿਡ ਵੀ ਘਟੂਗਾ, ਔਰ ਵਿੰਟਰ 'ਚ ਇਹਦੀ ਸੰਭਾਵਨਾ ਵਧੂਗਾ। ਲੇਕਿਨ ਅਗਰ ਤੁਸੀਂ ਦੇਖੋ ਆਸਟ੍ਰੇਲੀਆ ਔਰ ਨਿਊਜ਼ੀਲੈਂਡ, ਅਗਰ ਉਹਨਾਂ ਦੇ ਕੇਸਿਸ 0 ਦੇ ਲਾਗੇ ਆ ਔਰ ਉਹ ਸਿਰਫ ਆਪਸ 'ਚ ਹੀ ਇੱਕ ਦੂਜੇ ਨੂੰ ਮਿਲ ਰਿਹਾ, ਤੇ ਚਾਂਸਸ ਹੈਗਾ ਬਹੁਤ ਘੱਟ ਹੋਏਗਾ। ਅਗਰ ਕਿਸੇ ਨੂੰ ਹੋਇਆ ਤੇ ਉਹਨੂੰ ਆਈਸੋਲੇਟ ਕਰਕੇ, ਉਹਦੀ ਕੰਟੈਕਟ ਟ੍ਰੇਸਿੰਗ ਕਰਕੇ ਵੀ ਠੱਲ ਪਾਈ ਜਾ ਸਕਦੀ ਆ। ਉਹ ਛੋਟੀਆਂ ਕੰਟਰੀਆਂ ਹੈਗੀਆਂ। ਨਿਊਜ਼ੀਲੈਂਡ ਦੀ ਆਬਾਦੀ ਮਸਾਂ 5 ਮਿਲੀਅਨ ਹੈ, ਆਸਟ੍ਰੇਲੀਆ ਦੇ ਕਿੰਨੇ 22 ਮਿਲੀਅਨ ਹੈਗੀ ਹੈ, ਰਾਈਟ। ਸੋ ਉਹਨਾਂ ਦਾ ਹੈਲਥ ਕੇਅਰ ਸਿਸਟਮ ਵੀ ਤਗੜਾ। ਇੱਕ ਗੱਲ ਇਹ ਤੋਂ ਸਾਬਿਤ ਆਈ ਹੈ ਵੀ ਜਿਹੜੀ ਕੰਟਰੀਆਂ 'ਚ ਯੂਨੀਵਰਸਲ ਹੈਲਥ ਕੇਅਰ ਹੈ, ਜਿੱਦਾਂ ਕੈਨੇਡਾ, ਨਿਊਜ਼ੀਲੈਂਡ ਆ, ਆਸਟ੍ਰੇਲੀਆ, ਉਹ ਕੰਟਰੀਜ਼ ਨੇ ਬੈਟਰ ਕੰਮ ਕੀਤਾ। ਹੁਣ ਅਮਰੀਕਾ ਕਿਉਂ ਜ਼ਿਆਦਾ ਟਰਬਲ 'ਚ ਹੈਗੀ, ਕਿਉਂਕਿ ਉਹ ਯੂਨੀਵਰਸਲ ਹੈਲਥ ਕੇਅਰ ਨਹੀਂ ਹੈਗਾ। ਜਿਹੜਾ ਗਰੀਬ ਆ ਉਹਦੇ ਕੋਲ ਤਾਂ ਇੰਸ਼ੋਰੈਂਸ ਨਹੀਂ ਹੈਗੀ, ਉਹ ਹੁਣ ਵਿਚਾਰਾ ਕਿੱਥੇ ਜਾਵੇ। ਔਰ ਇਹੀ ਇੱਕ ਦੁਖਾਂਤ ਵਾਲੀ ਗੱਲ ਹੈ ਵੀ ਅਮਰੀਕਾ 'ਚ ਜਿਹੜੀ ਡੈਥ ਹੋਈਆਂ, ਉਹ ਮੋਸਟਲੀ ਪੂਅਰ ਲੋਕ ਦੀਆਂ, ਮੋਸਟਲੀ ਜਿਹੜੇ ਮੈਂ ਕਹਿ ਸਕਦਾ ਵੀ ਡਾਰਕਰ ਕਲਰ ਵਾਲੇ, ਜਿਹੜੇ ਅਫਰੀਕਨ ਅਮਰੀਕਨ ਜਿਹੜੇ ਹੈਗੇ ਆ, ਉਹਨਾਂ ਦੀ ਹੋਈਆਂ। ਔਰ ਜਿਹੜੇ ਮਤਲਬ ਵੀ ਰੋਗੀ ਸਨ, ਜਿਨ੍ਹਾਂ ਨੂੰ ਡਾਇਬਟੀਜ਼, ਬਲੱਡ ਪ੍ਰੈਸ਼ਰ, ਹਾਰਟ ਪ੍ਰੋਬਲਮ, ਜਾਂ ਵਧੇਰੀ ਉਮਰ ਦੇ ਬਜ਼ੁਰਗ ਸਨ। ਬਿਲਕੁਲ, ਜਿਵੇਂ ਅਸੀਂ ਗੱਲ ਕੀਤੀ ਹੈ, ਵਿਟਾਮਿਨ ਸੀ ਕਹਿੰਦੇ ਆ ਕਿ ਜਿਹਦੇ ਵਿੱਚ ਘੱਟ ਹੈਗਾ ਆ,
ਉਹਨਾਂ ਨੂੰ ਵੀ ਇਹ ਜਿਹੜੀ ਡਾਇਬੀਟੀਜ਼ ਹੋ ਸਕਦੀਆਂ ਨੇ। ਵਿਟਾਮਿਨ ਡੀ ਦੀ ਵੀ ਸਟੱਡੀ ਆਈ ਹੈ ਕਿ ਜਿਹਦੇ ਵਿੱਚ ਵਿਟਾਮਿਨ ਡੀ ਘੱਟ ਹੈਗਾ ਆ, ਉਹਨੂੰ ਇਹ ਕਰੋਨਾ ਵਾਇਰਸ ਛੇਤੀ ਹੋ ਜਾਵੇਗਾ। ਸੋ ਉਹਦੇ ਲਈ ਕੀ ਕਰਨਾ ਚਾਹੀਦਾ ਤਾਂ ਜਿਨ੍ਹਾਂ ਦੇ ਕੋਲ ਵਿਟਾਮਿਨ ਡੀ ਘੱਟ ਹੈਗੇ ਆ, ਸੋ ਕਿੰਨੇ ਕੁ ਚਾਂਸਸ ਹੈਗੇ ਆ ਕਿ ਉਹਨਾਂ ਨੂੰ ਇਹ ਬਿਮਾਰੀ ਹੋ ਜਾਏਗੀ? ਦੇਖੋ ਆਪਾਂ ਵਿਟਾਮਿਨ ਡੀ ਕਹਿੰਦੇ ਆ, ਲੇਕਿਨ ਮੈਂ ਆਪਣੇ ਵੱਲੋਂ ਇਹਨੂੰ ਹਾਰਮੋਨ ਕਹਿੰਦਾ, ਕਿਉਂਕਿ ਵਿਟਾਮਿਨ ਜਿਹੜਾ ਹੈਗਾ ਡੀ ਪਹਿਲਾਂ ਜਦੋਂ ਸਟੱਡੀ 'ਚ ਆਇਆ ਸੀ ਵੀ ਸਾਡਾ ਕੈਲਸ਼ੀਅਮ ਅਬਜ਼ੋਰਬ ਕਰਦਾ, ਸਾਡੀ ਹੱਡੀਆਂ ਨੂੰ ਮਜ਼ਬੂਤ ਕਰਦਾ। ਲੇਕਿਨ ਸਾਨੂੰ ਪਤਾ ਵੀ ਇਹ ਹੈਡ ਟੂ ਟੋ ਸਾਡਾ ਬ੍ਰੇਨ, ਸਾਡਾ ਇਮਿਊਨ ਸਿਸਟਮ, ਸਾਡਾ ਹਾਰਟ, ਸਾਡਾ ਲੰਗਸ, ਸਾਰਿਆਂ ਨੂੰ ਇਹਦੀ ਲੋੜ ਹੈਗੀ ਆ। ਸੋ ਇੱਕ ਐਸੈਂਸ਼ੀਅਲ ਨਿਊਟ੍ਰੀਐਂਟ ਹੈ ਜਿਹੜਾ ਬੋਡੀ ਨੂੰ ਚਾਹੀਦਾ। ਇਹਨੂੰ ਸਨਸ਼ਾਈਨ ਵਿਟਾਮਿਨ ਵੀ ਕਹਿੰਦੇ ਆ। ਸਨਸ਼ਾਈਨ ਵਿਟਾਮਿਨ ਇਸ ਲਈ ਕਹਿੰਦੇ ਕਿਉਂਕਿ ਆਪਾਂ ਸੂਰਜ 'ਚ ਜਾਈਏ ਤੇ ਚਮੜੇ ਦੇ ਥੱਲੇ ਜਿਹੜਾ ਫੈਟ ਦਾ ਲੇਅਰ ਆ, ਉੱਥੋਂ ਸਨ ਦੀ ਰੇਜ਼ ਇਹਨੂੰ ਕੋਲੀਕੈਲਸੀਫੇਰੋਲ, ਫਿਰ ਇਹਨੂੰ ਡਾਈਹਾਈਡਰੋਕਸੀਕੋਲਸੀਕੈਲੀਫਰੋਲ, ਜਿਹੜਾ ਇਹਦਾ ਸਾਇੰਟਿਫਿਕ ਨੇਮ ਹੈ ਵਿਟਾਮਿਨ ਡੀ ਦਾ, ਉਹਨੂੰ ਬਣਾਉਂਦੇ ਆ, ਹਨਾ। ਲੇਕਿਨ ਇੰਨੀ ਸੂਰਜ ਦੀ ਸਾਨੂੰ ਐਕਸਪੋਜ਼ਰ ਨਹੀਂ ਹੁੰਦੀ ਕਿਉਂਕਿ ਆਪਾਂ ਘਰਾਂ 'ਚ ਰਹਿੰਦੇ ਆ। ਵਿੰਟਰ ਜਿਹੜਾ ਹੈਗਾ ਉਹ 'ਚ ਜ਼ਿਆਦਾ ਸੂਰਜ ਹੁੰਦਾ ਨਹੀਂ ਆ, 2-3 ਮਹੀਨੇ ਮਸਾਂ ਸੂਰਜ ਲੱਭਦਾ ਕੈਨੇਡਾ ਦੇ ਵਿੱਚ। ਸੋ ਇਹ ਜਿਹੜੀ ਟਰਬਲ ਹੈਗੀ ਹੈ ਐਵਰੀ 3rd ਜਾਂ 4th ਕੈਨੇਡੀਅਨ ਨੂੰ ਹੈਗੀ ਆ ਵੀ ਲੋ ਵਿਟਾਮਿਨ ਡੀ ਦੀ। ਔਰ ਵਿਟਾਮਿਨ ਡੀ ਦੀ ਘਾਟ ਕਰਕੇ ਸਾਡਾ ਇਮਿਊਨ ਸਿਸਟਮ ਲੋ ਹੋਣ ਕਰ ਸਾਡੀ ਜਿਹੜੇ ਉਹਨੂੰ ਫਾਈਟ ਕਰਨ ਦੀ ਸ਼ਕਤੀ ਘਟ ਜਾਂਦੀ ਹੈ। ਅਗਰ ਵਿਟਾਮਿਨ ਡੀ ਲੈਵਲ ਠੀਕ ਰਹੇ ਤੇ ਸਟੱਡੀਜ਼ ਆਈਆਂ ਵੀ ਡੈਥ ਰੇਟ ਘਟ ਜਾਂਦਾ, ਵੀ ਤੁਹਾਡੀ ਮੌਤ ਹੋਣ ਦੀ ਸੰਭਾਵਨਾ ਘਟ ਜਾਂਦੀ ਹੈ। ਹੁਣ ਸਮੱਸਿਆ ਇਹ ਹੈਗੀ ਆ ਵੀ ਮੈਂ ਵੀ ਵੈਜੀਟੇਰੀਅਨ ਹੈਗਾ ਔਰ ਬਹੁਤ ਸਾਰੇ ਸਿੱਖ, ਬਹੁਤ ਸਾਰੇ ਪੰਜਾਬੀ ਵੈਜੀਟੇਰੀਅਨ ਹੈਗੇ ਆ, ਕਾਫੀ ਮੀਟ ਵੀ ਖਾਂਦੇ। ਮੀਟ ਇੱਕ ਈਜ਼ੀ ਸੋਰਸ ਹੈਗਾ। ਫੈਟੀ ਫਿਸ਼, ਅੰਡਾ ਖਾਸ ਕਰਕੇ ਉਹਦਾ ਜਿਹੜਾ ਯੈਲੋ ਪੋਰਸ਼ਨ ਜਿਹਨੂੰ ਯੋਕ ਕਹਿੰਦੇ ਆ, ਉਹ ਚਿਕਨ, ਟਰਕੀ, ਮੀਟ, ਮੱਛੀ, ਇਹ 'ਚ ਸਾਰਿਆਂ 'ਚ ਵਿਟਾਮਿਨ ਡੀ ਬਹੁਤ ਵਧੀਆ ਅਮਾਊਂਟ 'ਚ ਹੈਗਾ। ਜਿਹੜਾ ਵੈਜੀਟੇਰੀਅਨ ਫੂਡ ਆ, ਨਾ ਕੋਈ ਫਰੂਟ 'ਚ ਨਾ ਕੋਈ ਸਬਜ਼ੀ 'ਚ, ਸਾਰੀ ਇੱਕੋ ਚੀਜ਼ 'ਚ ਹੈਗਾ, ਉਹ ਹੈਗਾ ਮਸ਼ਰੂਮ। ਔਰ ਮਸ਼ਰੂਮ ਜਿਹੜਾ ਹੈਗਾ ਉਹ ਘੱਟ ਤੋਂ ਘੱਟ ਤੁਹਾਨੂੰ ਅੱਧਾ ਕਿਲੋ ਰੋਜ਼ ਖਾਣਾ ਪਊਗਾ ਅਗਰ ਵਿਟਾਮਿਨ ਡੀ ਚਾਹੀਦਾ। ਮੈਂ ਇੰਨਾ ਖਾ ਨਹੀਂ ਸਕਦਾ, ਨਾ ਮੈਂ ਇੰਨਾ ਮਸ਼ਰੂਮ ਲਾਈਕ ਕਰਦਾ। ਸੋ ਮੈਂ 1000 ਯੂਨਿਟ ਰੋਜ਼ ਸਪਲੀਮੈਂਟ ਲੈ ਰਿਹਾ, ਕਈ ਸਾਲਾਂ ਤੋਂ ਲੈ ਰਿਹਾ। ਹੁਣ ਇਹ ਹੈਗਾ ਫੈਟ ਸੋਲੂਬਲ ਵਿਟਾਮਿਨ। ਇੱਕ ਹੁੰਦਾ ਵਾਟਰ ਸੋਲੂਬਲ, ਵੀ ਤੁਸੀਂ ਸਮਝੋ ਪੂਰੀ ਬੋਤਲ ਵੀ ਖਾ ਲਤੀ, ਜਿੱਦਾਂ ਬੀ ਕੰਪਲੈਕਸ ਹੈ ਉਹ ਵਾਟਰ ਸੋਲੂਬਲ ਹੈ, ਸੀ ਵੀ ਵਾਟਰ ਸੋਲੂਬਲ ਹੈ। ਉਹ ਪਿਸ਼ਾਬ 'ਚ ਨਿਕਲ ਜਾਊਗਾ, ਤੁਹਾਨੂੰ ਕੋਈ ਟੌਕਸਿਸਿਟੀ ਨਹੀਂ ਹੋਊਗੀ, ਜਿੰਨੀ ਬੋਡੀ ਨੂੰ ਚਾਹੀਦੀ ਰੱਖ ਲੂਗਾ। ਲੇਕਿਨ ਇਹ ਫੈਟ ਸੋਲੂਬਲ ਹੈ, ਤੁਹਾਡੇ ਫੈਟ ਵਾਲੇ ਲੇਅਰ ਦੇ ਵਿੱਚ ਜਮਾ ਰਹੂਗਾ ਔਰ ਇਹਦੀ ਟੌਕਸਿਸਿਟੀ ਵੀ ਹੋ ਸਕਦੀ। ਕੈਨੇਡਾ 'ਚ ਕਈ ਰਿਪੋਰਟਸ ਆਈਆਂ, ਕੋਈ ਵਿਅਕਤੀ 10,000 ਯੂਨਿਟ ਲੈ ਰਿਹਾ ਸੀ ਤਾਂ ਉਹਨੂੰ ਫਿਰ ਸਟੋਨਸ ਹੋ ਗਏ ਕਿਡਨੀ 'ਚ। ਸੋ ਜਦੋਂ ਪਤਾ ਲੱਗਾ ਵੀ ਇਹ ਤਾਂ ਕਈ ਸਾਲਾਂ ਤੋਂ 10,000 ਯੂਨਿਟ ਲੈ ਰਿਹਾ ਸੀ, ਚਾਹ ਦੇ ਨਾਲ ਵੀ ਬਹੁਤਾ ਵਿਟਾਮਿਨ ਡੀ ਹੋ ਜਾਏ। ਸੋ ਇਸ ਲਈ ਹੈਲਥ ਕੈਨੇਡਾ ਇਹਨੂੰ ਕਹਿੰਦੀ ਆ ਬਿਟਵੀਨ 1 and 4,000 ਯੂਨਿਟ ਲਈਏ। ਫਿਲਹਾਲ ਤਾਂ ਮੈਂ ਨਹੀਂ ਰਿਕਮੈਂਡ ਕਰੂੰਗਾ, ਲੇਕਿਨ ਜਦੋਂ ਕੋਵਿਡ ਕ੍ਰਾਈਸਿਸ ਹਟ ਜਾਂਦਾ, ਤੁਸੀਂ ਵਿਟਾਮਿਨ ਡੀ ਦਾ ਇੱਕ ਬੜਾ ਸਿੰਪਲ ਬਲੱਡ ਟੈਸਟ ਹੈ, ਉਹ ਵੀ ਕਰਵਾ ਸਕਦੇ ਹੋ। ਉਸ ਤੋਂ ਪਤਾ ਲੱਗ ਸਕਦਾ ਵੀ ਤੁਹਾਨੂੰ 1000 ਚਾਹੀਦਾ, 2000, 3000, 4000 ਚਾਹੀਦਾ। ਬਟ ਥੋੜੇ ਟਾਈਮ ਵਾਸਤੇ ਅਗਰ ਆਪਾਂ 1000 ਤੋਂ 2000 ਯੂਨਿਟ ਰੋਜ਼ ਵੀ ਲੈ ਲਈਏ ਆਉਣ ਵਾਲੇ 3 ਮਹੀਨੇ 'ਚ, ਤਾਂ ਕੋਈ ਨੁਕਸਾਨ ਨਹੀਂ ਹੈਗਾ। ਉਹ ਸਾਡੇ ਬੋਡੀ ਦੇ ਵਿੱਚ ਸਟੋਰ ਹੋ ਕੇ ਹੌਲੀ ਹੌਲੀ ਰਿਲੀਜ਼ ਹੁੰਦਾ ਰਹੂਗਾ। ਲੇਕਿਨ ਗੱਲ ਇੱਥੇ ਫੇਰ ਆ ਰਹੀ ਹੈ, ਅਗਰ ਸੂਰਜ ਬਾਹਰ ਨਿਕਲਿਆ ਤੇ ਘਰਾਂ 'ਚ ਨਾ ਬੈਠੋ, ਬਾਹਰ ਵਾਕ ਕਰਨ ਜਾਓ, ਆਪਣੇ ਬੈਕਯਾਰਡ 'ਚ ਕੰਮ ਕਰੋ। ਆਪਣਾ ਜਿਹੜਾ ਯਾਰਡ ਆ, ਤੁਸੀਂ ਕੁਛ ਬੀਜਿਆ ਜਿਵੇਂ ਹਰੇ ਪਿਆਜ਼ ਆ, ਮੇਥੀ ਆ, ਪੁਦੀਨਾ, ਧਨੀਆ, ਜੋ ਵੀ ਆ, ਉਹਦੀ ਦੇਖ ਰੇਖ ਕਰੋ। ਸੋ ਸਨ ਦੇ ਵਿੱਚ ਰਹਿਣ ਦੇ ਨਾਲ ਜਿੱਥੇ ਤੁਹਾਡਾ ਵਿਟਾਮਿਨ ਡੀ ਬਣੂਗਾ, ਤੁਹਾਡਾ ਮੂਡ ਵੀ ਵਧੀਆ ਹੋਊਗਾ, ਕਿਉਂਕਿ ਬ੍ਰੇਨ ਦੇ ਵਿੱਚ ਜਿਹੜਾ ਸੈਰੋਟੋਨਿਨ, ਆਕਸੀਟੋਸਿਨ ਔਰ ਡੋਪਾਮਾਈਨ ਉਹ ਵੀ ਆਊਗਾ, ਤੁਹਾਡੀ ਨੀਂਦ ਵੀ ਠੀਕ ਰਹੂਗੀ। ਸੋ ਸੂਰਜ ਜਿਹੜਾ ਹੈਗਾ, ਦੇਖੋ ਪੂਰੀ ਧਰਤੀ ਨੂੰ ਸੂਰਜ ਇੱਕ એનર્ਜੀ ਦਾ ਸੋਰਸ ਹੈ। ਭਾਵੇਂ ਉਹ ਫੋਸਲ ਫਿਊਲ ਲੈ ਲਓ, ਭਾਵੇਂ ਉਹ ਰੈਗੂਲਰ ਫਿਊਲ ਲੈ ਲਓ, ਭਾਵੇਂ ਸਾਡੀ ਊਰਜਾ ਲਓ, ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇ। ਸੋ ਸਨ ਐਕਸਪੋਜ਼ਰ ਸਭ ਤੋਂ ਵਧੀਆ ਸਾਡੀ ਸਿਹਤ ਵਾਸਤੇ। ਜਦੋਂ ਬਾਹਰ ਰਹਿੰਦੇ ਉਦੋਂ ਫਰੈਸ਼ ਹਵਾ ਵੀ ਹੈਗੀ ਆ। ਸੋ ਹਵਾ ਵੀ, ਕਿਉਂਕਿ ਦੇਖੋ ਜਿਹੜਾ ਸਾਡਾ ਸਰੀਰ ਹੈ ਉਹ 5 ਐਲੀਮੈਂਟਸ ਦਾ, ਜਿਹੜਾ ਪਾਣੀ ਹੈ 72% ਹੈ, 12% ਇਹਦੇ ਵਿੱਚ ਅਰਥ ਹੈਗੀ ਆ, 6% ਇਹਦੇ ਵਿੱਚ 에ਅਰ ਹੈ, 4% ਅਗਨ ਹੈ ਤੇ 6% ਆਕਾਸ਼ ਆ। ਸੋ ਜਦੋਂ ਤੁਸੀਂ ਬਾਹਰ ਖਲੋਂਦੇ ਹੋ, ਤੁਸੀਂ ਸਾਰੇ ਐਲੀਮੈਂਟਸ ਦੇ ਨਾਲ ਇੰਟੀਗ੍ਰੇਟ ਕਰਦੇ ਆ। ਮਿੱਟੀ ਨੂੰ ਟੱਚ ਕਰਦੇ ਆ, ਅਰਥ ਤੁਹਾਡੇ ਵਿੱਚ ਆ। ਪਾਣੀ ਨੂੰ ਟੱਚ ਕਰਦੇ ਜਦੋਂ ਤੁਸੀਂ ਦੇਣਾ, ਮੇਥੀ ਨੂੰ, ਧਨੀਆ। ਸੂਰਜ ਜਿਹੜਾ ਹੈਗਾ ਤੁਹਾਨੂੰ ਤੁਹਾਡੀ ਅੱਗ ਦੇ ਨਾਲ ਸੰਬੰਧ ਰੱਖਦਾ। ਹਵਾ ਤੁਹਾਨੂੰ ਬਰੀਜ਼ ਮਿਲ ਰਹੀ ਆ, ਔਰ ਆਕਾਸ਼ ਜਿਹੜਾ ਹੈਗਾ ਇਨਫਿਨਿਟੀ ਆ, ਉਨਾ ਹੀ ਤੁਹਾਡੀ ਚੇਤਨਾ ਵੀ ਇਨਫਿਨਿਟੀ ਸਰੂਪ ਹੈਗੀ। ਸੋ ਤੁਸੀਂ ਬੈਲੈਂਸ 'ਚ ਰਹਿੰਦੇ ਹੋ। ਬਿਲਕੁਲ, ਜਿਵੇਂ ਹੁਣ ਅਸੀਂ ਇਹਦੀ ਗੱਲ ਕੀਤੀ ਹੈ ਤੇ ਨਾਲ ਹੁਣ ਬਿਮਾਰੀਆਂ ਹੋਰ ਵੀ ਵੱਧ ਰਹੀਆਂ ਨੇ। ਜੇ ਵਿਟਾਮਿਨ ਡੀ ਦੀ ਕਮੀ ਹੈ, ਸੀ ਦੇ ਨਾਲ ਕਹਿ ਰਹੇ ਨੇ ਕਿ ਜੇ ਤੁਸੀਂ ਸੀ ਲੈਂਦੇ ਆ ਤਾਂ ਉਹਦੇ ਨਾਲ ਘਟ ਜਾਂਦਾ ਹੈਗਾ ਆ। ਪਾਣੀ 'ਚ ਪਾ ਕੇ ਪੀ ਰਹੇ ਨੇ ਲੋਕ, ਵਿਟਾਮਿਨ ਸੀ ਪੀ ਰਹੇ ਨੇ ਤਾਂ ਕਿ ਤੁਹਾਡਾ ਇਮਿਊਨ ਸਿਸਟਮ ਸਟਰੋਂਗ ਰਵੇ। ਤੇ ਉਹਦੇ ਨਾਲ ਹੁਣ ਸਟੱਡੀ ਇਹ ਵੀ ਕਹਿ ਰਹੀ ਹੈ ਕਿ 50% ਚਾਈਨਾ ਦੇ ਵਿੱਚ ਲੋਕ ਡਿਪਰੈਸ਼ਨ ਦੇ ਵਿੱਚ ਜਾ ਰਹੇ ਨੇ।
37% ਕੈਨੇਡਾ ਦੇ ਵਿੱਚ ਵੀ ਲੋਕ ਡਿਪਰੈਸ਼ਨ 'ਚ ਜਾ ਰਹੇ ਨੇ, ਕਿਉਂਕਿ ਹੁਣ ਫਾਈਨੈਂਸ਼ੀਅਲ ਕ੍ਰਾਈਸਿਸ ਵੀ ਆ ਗਏ ਨੇ, ਲੋਕ ਉਹਨੂੰ ਵੀ ਦੇਖ ਰਹੇ ਨੇ, ਇੱਕ ਦੂਜੇ ਨੂੰ ਮਿਲ ਨਹੀਂ ਪਾ ਰਹੇ ਨੇ। ਨੋਰਮਲ ਸਾਡਾ ਨਿਊ ਨੋਰਮਲ ਆ ਗਿਆ ਹੈਗਾ ਆ, ਸੋ ਅਸੀਂ ਯੂਜ਼ਡ ਟੂ ਹੈਗੇ ਆ ਬਾਹਰ ਜਾਣ ਦੇ, ਪਾਰਟੀ ਕਰਨ ਦੇ, ਤੇ ਹੁਣ ਅਸੀਂ ਉਹ ਚੀਜ਼ਾਂ ਨਹੀਂ ਕਰ ਰਹੇ ਹੈਗੇ। ਸੋ ਡਿਪਰੈਸ਼ਨ ਇੱਕ ਹੋਰ ਬਿਮਾਰੀ ਜਿਹੜੀ ਸਾਹਮਣੇ ਆ ਰਹੀ ਹੈਗੀ ਹੈ। ਜੀ ਸੋ ਡਿਪਰੈਸ਼ਨ ਦੇ ਲਈ ਕੀ ਕੁਝ ਕਰਨਾ ਚਾਹੀਦਾ ਹੈ ਕਿ ਅਸੀਂ ਡਿਪਰੈਸ਼ਨ ਦੇ ਵਿੱਚ ਨਾ ਜਾਈਏ? ਜਦੋਂ ਇਹ ਸਟੱਡੀਜ਼ ਇਹਦਾ ਸਰਵੇਖਣ ਹੋ ਰਿਹਾ ਸੀ ਤਾਂ ਬਹੁਤ ਸਾਰੇ ਲੋਕਾਂ ਨੂੰ ਚਿੰਤਾ ਸੀ, ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਅਸੀਂ ਘਰੋਂ ਬਾਹਰ ਨਹੀਂ ਜਾ ਸਕ ਰਹੇ, ਸਾਰਾ ਜਿਹੜਾ ਜੌਬ ਹੈ ਉਹ ਸਿਕਿਉਰ ਹੈ ਕਿ ਨਹੀਂ ਹੈਗਾ, ਸਾਡੀ ਰੋਜੀ ਰੋਟੀ ਕਿੱਦਾਂ ਚੱਲੂਗੀ, ਅਗਰ ਕਈਆਂ ਨੇ ਕੁਛ ਇਨਵੈਸਟਮੈਂਟ ਕੀਤਾ ਵੀ ਉਹ ਪ੍ਰੋਪਰਟੀ ਉਹਨਾਂ ਦੇ ਹੱਥੋਂ ਨਾ ਚਲੇ ਜਾਣ। ਸੋ ਬਹੁਤ ਕਿਸਮ ਦੀਆਂ ਚਿੰਤਾਵਾਂ ਆ ਰਹੀਆਂ ਸੀ। ਸੋ ਬੈਸਟ ਇਹ ਹੁੰਦਾ ਵੀ ਆਪਾਂ ਆਪਣੀ ਜਿਹੜੀ ਭਾਵਨਾਵਾਂ ਹੈਗੀਆਂ ਐਕਸਪ੍ਰੈਸ ਕਰੀਏ ਆਪਣੇ ਪਾਰਟਨਰ ਦੇ ਨਾਲ, ਆਪਣੇ ਫੈਮਿਲੀ ਦੇ ਨਾਲ, ਜਾਂ ਬੁੱਕ ਜਾਂ ਜਰਨਲ 'ਚ ਲਿਖੀਏ। ਕੋਈ ਵੀ ਚੀਜ਼ ਆਪਾਂ ਕ੍ਰੀਏਟਿਵ ਕਰਦੇ ਹਾਂ, ਜਿਵੇਂ ਪੇਂਟਿੰਗ ਹੋ ਗਈ, ਕੋਈ ਲੱਕੜ ਦਾ ਕੰਮ ਕਰਨਾ ਜਾਂ ਕੋਈ ਹੋਰ ਚੀਜ਼ਾਂ, ਉਹਦੇ ਨਾਲ ਵੀ ਜਿਹੜਾ ਮਨ ਆ ਉਹ ਖੁਸ਼ ਰਹਿੰਦਾ। ਤੀਜੀ ਗੱਲ ਹੈਗੀ ਆ ਵੀ 1 ਘੰਟਾ ਐਕਸਰਸਾਈਜ਼ ਬਹੁਤ ਜ਼ਰੂਰੀ ਆ। ਜਦੋਂ ਆਪਾਂ ਐਕਸਰਸਾਈਜ਼ ਕਰਦੇ ਹਾਂ ਸਾਡੇ ਬ੍ਰੇਨ ਦੇ ਵਿੱਚ ਡੋਪਾਮਾਈਨ, ਸੈਰੋਟੋਨਿਨ ਔਰ ਆਕਸੀਟੋਸਿਨ ਬਣਦੇ ਆ। ਜਦੋਂ ਸੈਰੋਟੋਨਿਨ ਹਾਰਮੋਨ ਦੀ ਕਮੀ ਹੋਏ ਉਦੋਂ ਤੁਹਾਨੂੰ ਇਹ ਡਿਪਰੈਸ਼ਨ ਦੇ ਸਿੰਪਟਮਸ ਲੱਛਣ ਆਉਣਗੇ। ਸੋ ਡਿਪਰੈਸ਼ਨ ਦੇ ਵਿੱਚ ਜਿਹੜੇ ਬ੍ਰੇਨ ਦੇ ਜਿਹੜੇ ਨਿਊਰੋਟ੍ਰਾਂਸਮੀਟਰ ਆ ਸੈਰੋਟੋਨਿਨ ਉਹਦੇ ਘਟਦਾ ਤਾਂ ਇਹ ਲੱਛਣ ਹੁੰਦੇ। ਸੋ ਉਹਨੂੰ ਨੈਚੁਰਲ ਵਧਾਉਣ ਦਾ ਤਰੀਕਾ ਤੇ ਬਹੁਤ ਵਧੀਆ, ਸੂਰਜ, 1 ਘੰਟਾ ਐਕਸਰਸਾਈਜ਼, ਨੈਚੁਰਲ ਫੂਡ ਖਾਣਾ, ਜਿਵੇਂ ਜਿਹੜਾ ਫਾਰਮਾ 'ਚ ਉਗ ਰਿਹਾ, ਜਿਹੜਾ ਡੱਬਿਆਂ 'ਚ ਆਉਂਦਾ ਫੈਕਟਰੀ ਤੋਂ ਪ੍ਰੋਸੈਸ ਫੂਡ ਉਹ ਨਾ ਖਾਈਏ, ਤੇ ਸ਼ੂਗਰ ਜਿਹੜਾ ਬਹੁਤ ਘੱਟ ਰੱਖੀਏ, ਕਿਉਂਕਿ ਸ਼ੂਗਰ ਵਾਲੇ ਪੇਸ਼ੈਂਟਸ ਹੀ ਜਿਹੜੇ ਆ ਕੋਵਿਡ-19 'ਚ ਜਿਹਨਾਂ ਡਾਇਬਟੀਜ਼ ਹੈ ਉਹਨਾਂ ਦੇ ਉੱਤੇ ਜ਼ਿਆਦਾ ਹੈਵੀ ਹੋਇਆ। ਸੋ ਨੈਚੁਰਲ ਸ਼ੂਗਰ ਹੁਣ ਤੁਸੀਂ ਕਹੋਗੇ ਫਰੂਟ 'ਚ ਵੀ ਹੈਗੀ, ਲੇਕਿਨ ਫਰੂਟ 'ਚ 18% ਆ, ਜਿੱਦਾਂ ਉੱਦਾਂ ਚੀਨੀ ਆਪਾਂ ਪਾਉਂਦੇ ਉਹ 100% ਹੈਗੀ ਆ। ਔਰ ਫਰੂਟ ਦੀ ਜਿਹੜੀ ਸ਼ੂਗਰ ਆ ਹੌਲੀ ਰਿਲੀਜ਼ ਹੁੰਦੀ ਆ, ਜਿਹੜੀ ਚੀਨੀ ਆਪਾਂ ਪਾਈ ਉਹ ਠਾਹ ਕਰਕੇ 100% ਅੰਦਰ ਉਸ ਵੇਲੇ ਜਾਂਦੀ ਆ। ਸੋ ਆਪਾਂ ਨੈਚੁਰਲ ਚੀਜ਼ਾਂ ਦੇ ਨਾਲ ਜੁੜੀਏ, ਮੋਰ ਵੈਜੀਟੇਬਲ, ਮੋਰ ਫਰੂਟਸ, ਤੇ 7 ਕਲਰ ਜਿਹੜੇ ਹੈਗੇ ਆ ਕੈਨੇਡਾ ਫੂਡ ਗਾਈਡਲਾਈਨ ਦੱਸਦੇ ਆ ਉਹ ਲਈਏ। ਸ਼ਰਾਬ ਜਿਹੜੀ ਹੈਗੀ ਆ ਨਾ ਪੀਏ, ਅਗਰ ਬਹੁਤ ਕੋਈ ਐਡਿਕਟਡ ਆ ਉਹ ਘਟਾ ਲਵੇ, ਕਿਉਂਕਿ ਅਗਰ ਉਹ ਇਮੀਡੀਏਟਲੀ ਛੱਡੂਗਾ ਤੇ ਉਹਨੂੰ ਵੀ ਸਾਈਡ ਇਫੈਕਟ ਹੋ ਸਕਦੇ ਆ। ਦੂਜਾ ਹੈਗਾ ਵੀ ਸਿਗਰਟ ਸਮੋਕਿੰਗ ਔਰ ਵੇਪਿੰਗ ਨਾ ਕਰੀਏ। ਨੀਂਦ 7 ਘੰਟੇ ਬਹੁਤ ਜ਼ਰੂਰੀ ਆ। ਨੀਂਦ ਜਦ ਠੀਕ ਨਹੀਂ ਆ ਤੇ ਤੁਹਾਡੇ ਨਿਊਰੋਟ੍ਰਾਂਸਮੀਟਰ ਆਊਟ ਆਫ ਕੰਟਰੋਲ ਫਿਰ ਚਲੇ ਗਏ। ਦੂਜੀ ਗੱਲ ਹੈਗੀ ਆ ਵੀ ਅਗਰ ਤੁਹਾਨੂੰ ਫਿਰ ਵੀ ਟਰਬਲਸ ਆ ਰਹੀਆਂ, ਭੈੜੇ ਡ੍ਰੀਮਸ ਆ ਰਹੇ ਆ, ਚਿੰਤਾਵਾਂ ਹੋ ਰਹੀਆਂ, ਤੁਹਾਡਾ ਮੂਡ ਮਤਲਬ ਠੀਕ ਨਹੀਂ ਆ, ਤਾਂ ਫਿਰ ਤੁਹਾਨੂੰ ਤੁਹਾਡੇ ਹੈਲਥ ਕੇਅਰ ਪ੍ਰੋਫੈਸ਼ਨਲ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਆ। 811 'ਚ ਵੀ ਕਾਲ ਕਰ ਸਕਦੇ ਹੋ। ਅਗਰ ਕਈਆਂ ਦੇ ਮਨ 'ਚ ਨਾ ਸੁਸਾਈਡਲ ਥਾਟਸ ਵੀ ਆ ਸਕਦੇ ਆ, ਯਾਰ ਜ਼ਿੰਦਗੀ ਹੁਣ ਰਹਿਣ ਦੇਈਏ, ਬਿਲਕੁਲ ਕੋਈ ਕੰਮ ਦੀ ਨਹੀਂ ਰਹੀ, ਕੀ ਜੀ ਕੇ ਲੈਣਾ, ਇਹ ਕੋਈ ਜ਼ਿੰਦਗੀ ਹੈ ਹਨਾ, ਔਰ ਉਹ ਬਾਰ-ਬਾਰ ਹੁੰਦੇ ਆ, ਔਰ ਤੁਹਾਡਾ ਪਲਾਨ ਵੀ ਬਣ ਰਿਹਾ, ਤਾਂ ਉਹ ਹੋ ਜਾਂਦੀ ਐਮਰਜੈਂਸੀ। ਸੋ ਉਹਦੇ ਵਿੱਚ 1800 ਸੁਸਾਈਡ ਕਾਲ ਕਰਕੇ ਤੁਸੀਂ ਉਹ ਵਿਅਕਤੀ ਨੂੰ ਬਚਾ ਸਕਦੇ, ਜਾਂ ਤੁਹਾਨੂੰ ਥਾਟਸ ਆ ਰਹੇ ਤੁਸੀਂ ਆਪ ਵੀ ਕਾਲ ਕਰ ਸਕਦੇ ਹੋ। ਹੋ ਸਕਦਾ ਮੈਡੀਕੇਸ਼ਨ ਦੀ ਵੀ ਲੋੜ ਪਵੇ ਹਨਾ। ਸੋ ਇਹ ਸਾਰੀਆਂ ਚੀਜ਼ਾਂ ਤੁਹਾਡੇ ਫੈਮਿਲੀ ਡਾਕਟਰ ਦੇ ਥਰੂ ਜਾਂ ਜਿਹੜਾ ਹੈਲਪਲਾਈਨ ਹੈਗੀ ਆ ਉਹਦੇ ਥਰੂ ਤੁਹਾਨੂੰ ਮਿਲ ਸਕਦੀਆਂ। ਜਿਵੇਂ ਹੁਣ ਅਸੀਂ ਗੱਲ ਕੀਤੀ ਹੈ ਕਿ ਸੁਸਾਈਡ ਦਾ ਖਿਆਲ ਆ ਸਕਦਾ ਹੈਗਾ ਆ, ਸੋ ਹੋਰ ਦੁੱਖ ਦੀ ਗੱਲ ਹੈਗੀ ਹੈ ਕਿ ਡਾਕਟਰਸ ਦੇ ਮਨਾਂ ਦੇ ਵਿੱਚ ਵੀ ਆ ਰਿਹਾ। ਸੋ ਨਵੀਂ ਇੱਕ ਨਿਊਜ਼ ਆਈ ਸੀ ਕਿ 3 ਰਸ਼ੀਅਨ ਡਾਕਟਰ ਆ ਉਹਨਾਂ ਨੇ ਵੀ ਸੁਸਾਈਡ ਕਰ ਲਿਆ ਹੈਗਾ ਆ। ਸੋ ਬਹੁਤ ਹੀ ਜਿਹੜੀ ਇਸ ਪੈਂਡੈਮਿਕ ਦੇ ਥਰੂ ਸਾਰੇ ਜਾਣੇ ਹੀ ਡਿਪਰੈਸ਼ਨ ਚੋਂ ਲੰਘ ਰਹੇ ਨੇ, ਤੇ ਜਿਵੇਂ ਤੁਸੀਂ ਦੱਸਿਆ ਕਿ ਸਾਨੂੰ ਕਿਸੇ ਦੇ ਨਾਲ ਗੱਲ ਜ਼ਰੂਰ ਕਰਨੀ ਚਾਹੀਦੀ ਹੈ। ਤੇ ਹੁਣ ਬੱਚਿਆਂ ਦੇ ਵਿੱਚ ਵੀ ਜਿਹੜੀ ਨਵੀਂ ਬਿਮਾਰੀ ਆ ਰਹੀ ਹੈਗੀ ਹੈ, ਸੋ ਜੀਭ ਉਹਨਾਂ ਦੀ ਲਾਲ ਹੋ ਰਹੀ ਹੈ। ਸੋ ਕੀ ਬਿਮਾਰੀ ਹੈ ਜਿਹੜੀ ਸਾਹਮਣੇ ਆਈ ਹੈ? ਅਮਰੀਕਾ ਦੇ ਵਿੱਚ ਵੀ ਕੇਸ ਆਏ ਨੇ, ਮੌਂਟਰੀਅਲ ਦੇ ਵਿੱਚ ਵੀ ਕੇਸ ਆਏ ਨੇ। ਬਹੁਤ ਸੋਹਣਾ ਕੁਐਸਚਨ ਹੈਗਾ। ਦੇਖੋ ਕਾਵਾਸਾਕੀ ਡਿਜ਼ੀਜ਼, KAWASAKI, ਇਹ ਅਸੀਂ ਪਹਿਲਾਂ ਵੀ ਦੇਖਦੇ ਸੀ ਕੋਵਿਡ ਤੋਂ ਪਹਿਲਾਂ ਵੀ। ਇਹ ਵਾਸਕੂਲਾਈਟਿਸ ਹੁੰਦਾ ਵੀ ਜਿਹੜੇ ਸਾਡੇ ਬੋਡੀ ਦੇ ਜਿਹੜੇ ਬਲੱਡ ਦੇ ਵੈਸਲ ਹੈ ਉਹ 'ਚ ਸੋਜ ਹੋ ਜਾਂਦੀ, ਇਨਫਲੇਮੇਸ਼ਨ ਹੋ ਜਾਂਦਾ। ਇਹ ਕਿਉਂ ਹੁੰਦਾ ਸੀ ਕਿਸੇ ਨੂੰ ਨਹੀਂ ਪਤਾ ਸੀ। ਕੈਨੇਡਾ ਦੇ ਵਿੱਚ ਹਰ 1 ਲੱਖ ਬੱਚੇ ਪਿੱਛੇ 30 ਬੱਚਿਆਂ ਨੂੰ ਹੁੰਦਾ, 30 ਆਊਟ ਆਫ 100,000, ਤੇ ਜਾਪਾਨ 'ਚ 124 ਆਊਟ ਆਫ 100,000 ਹੁੰਦਾ ਸੀ। ਸੋ ਡਾਕਟਰ ਕਾਵਾਸਾਕੀ ਨੇ ਪਹਿਲੀ ਵਾਰ 1967 'ਚ ਡਿਜ਼ੀਜ਼ ਬਾਰੇ ਦੱਸਿਆ ਵੀ ਬੁਖਾਰ ਹੋਊਗਾ, ਅੱਖਾਂ ਲਾਲ ਹੋ ਜਾਣਗੀਆਂ, ਜ਼ਬਾਨ ਸਟ੍ਰਾਬੇਰੀ ਵਰਗੀ ਹੋਊਗੀ, ਬੁੱਲ ਲਾਲ ਔਰ ਪਾਟਣੇ ਸ਼ੁਰੂ ਹੋ ਜਾਣਗੇ, ਤੁਹਾਡੇ ਧੌਣ ਦੇ ਵਿੱਚ ਗਿਲਟੀਆਂ ਜਾਂ ਲਿੰਫ ਨੋਡ ਹੋਣਗੇ, ਤੁਹਾਡੇ ਹੱਥਾਂ ਪੈਰਾਂ 'ਚ ਰੈਸ਼ ਹੋਣਗੇ। ਹੁਣ ਇਹ ਜਿਹੜੀ ਹੈਗੀ ਆ ਇਹਦਾ ਕੋਈ ਖਾਸ ਬਲੱਡ ਟੈਸਟ ਨਹੀਂ ਹੁੰਦਾ ਜਿਸ 'ਚੋਂ ਆਪਾਂ ਪਤਾ ਕਰ ਸਕੀਏ, ਕਿਉਂਕਿ ਆਪਾਂ ਬਲੱਡ ਦੇ ਵਿੱਚ ਦੇਖੀਏ ਤਾਂ ਕੋਈ ਬੈਕਟੀਰੀਆ ਵਾਇਰਸ ਸਾਨੂੰ ਨਜ਼ਰ ਨਹੀਂ ਆਉਂਦਾ। ਵਾਈਟ ਸੈਲ ਕਾਊਂਟ, ਪਲੇਟਲੇਟ ਕਾਊਂਟ ਮਾੜਾ ਜਿਹਾ ਵਧਿਆ ਹੁੰਦਾ। ਹੁਣ ਪ੍ਰੋਬਲਮ ਇਹ ਹੈਗੀ ਆ, ਜਦੋਂ ਆਪਾਂ ਕਹਿ ਰਹੇ ਹਾਂ ਵੀ ਇਹ ਵਾਸਕੂਲਾਈਟਿਸ ਹੈਗੀ ਆ, ਤੇ ਜਿਹੜੇ ਸਾਡੇ ਹਾਰਟ ਦੇ ਇਰਦ ਗਿਰਦ ਕੋਰਨਰੀ ਆਰਟਰੀਜ਼ ਉਸ 'ਚ ਵੀ ਸੋਜ ਹੁੰਦੀ ਹੈ। ਸੋ ਪਹਿਲੇ 10 ਦਿਨ ਦੇ ਵਿੱਚ ਅਗਰ ਆਪਾਂ ਇਹਦਾ ਇਲਾਜ ਨਾ ਕਰੀਏ, ਉਹ ਇਲਾਜ ਹੈਗਾ ਇੰਟਰਾਵੀਨਸ ਇਮਿਊਨੋਗਲੋਬੁਲਿਨ, IVIG, ਜਿਹੜਾ ਅਸੀਂ
ਇੱਕ ਕਹਿ ਲਓ ਜਿੱਦਾਂ ਪਲਾਜ਼ਮਾ ਥੈਰੇਪੀ ਦੀ ਗੱਲ ਕੀਤੀ ਸੀ ਪਿਛਲੀ ਵਾਰ, ਸੋ ਇਮਿਊਨ ਗਲੋਬੂਲਿਨ ਹੁੰਦਾ, ਉਹ ਬੋਡੀ ਦੇ ਵਿੱਚ ਇਨਫਲੇਮੇਸ਼ਨ ਨੂੰ ਘਟਾਉਂਦਾ, ਐਂਟੀਬੋਡੀਜ਼ ਹੁੰਦੀ ਹੈ ਬੇਸਿਕਲੀ। ਸੋ ਉਹ ਕਰੀਬਨ ਅਗਰ ਆਪਾਂ ਟ੍ਰੀਟ ਨਾ ਕਰੀਏ 25 ਤੋਂ 30% ਬੱਚਿਆਂ ਨੂੰ ਉਹ ਕੋਰਨਰੀ ਆਰਟਰੀ ਡਿਜ਼ੀਜ਼ ਹੋਊਗੀ, ਜਿਹੜੀ ਐਡਲਟਸ ਨੂੰ ਜਾ ਕੇ ਹੁੰਦੀ ਹੈ ਹਾਰਟ ਦੀ ਪ੍ਰੋਬਲਮ 60-70 ਸਾਲ 'ਚ, ਤੇ ਉਹ ਰਿਸਕ ਜਿਹੜਾ ਹੈਗਾ 10% ਤੋਂ ਥੱਲੇ ਚਲੇ ਜਾਂਦਾ। ਹੁਣ ਜਿਹੜਾ ਇਹ ਹੈਗਾ 12 ਕੇਸਿਸ ਮੌਂਟਰੀਅਲ ਤੋਂ ਆਏ ਤੇ 15 ਕੇਸਿਸ ਅਮਰੀਕਾ ਤੋਂ, ਨਿਊਯਾਰਕ ਤੋਂ ਆਏ ਆ, ਪ੍ਰਕਾਸ਼ਿਤ ਹੋਏ ਕੱਲ ਨਿਊਯਾਰਕ ਤੋਂ, ਕੁਝ ਦਿਨ ਪਹਿਲਾਂ ਮੌਂਟਰੀਅਲ ਤੋਂ ਪ੍ਰਕਾਸ਼ਿਤ ਹੋਏ, ਤੇ ਕਾਫੀ ਯੂਰੋਪੀਅਨ ਕੰਟਰੀਜ਼ ਵੀ ਕਰ ਰਹੀਆਂ। ਸੋ ਸਾਨੂੰ ਹਾਈਪਰ ਵਿਜੀਲੈਂਟ ਰਹਿਣਾ ਚਾਹੀਦਾ ਵੀ ਬੱਚਿਆਂ ਦੇ ਵਿੱਚ ਜਿਹੜਾ ਕੋਵਿਡ ਹੈ, ਦੇਖੋ ਕੋਵਿਡ ਦੇ ਵਿੱਚ ਬੁਖਾਰ ਹੁੰਦਾ, ਖੰਘ ਹੁੰਦੀ ਹੈ, ਸਾਹ ਚੜ ਸਕਦਾ, ਲੇਕਿਨ ਬੱਚਿਆਂ ਦੇ ਵਿੱਚ ਆਹ ਚੀਜ਼ਾਂ ਵੀ ਹੋ ਸਕਦੀਆਂ, ਕੋਵਿਡ ਟੋਸ ਵੀ ਹੋ ਸਕਦੇ, ਪਰਪਲ ਨੀਲੇ ਰੰਗ ਦੇ ਉਹਨਾਂ ਦੇ ਟੋਸ ਹੋ ਗਏ, ਛਾਲੇ ਪੈ ਗਏ, ਆ ਕਾਵਾਸਾਕੀ ਡਿਜ਼ੀਜ਼ ਦੇ ਸਿੰਪਟਮਸ ਆ ਸਕਦੇ ਆ। ਜਿਹੜਾ ਯੂਥ ਹੈ ਉਹਨਾਂ ਦੇ ਸਟ੍ਰੋਕ ਵੀ ਆ ਰਿਹਾ, ਜਿਹੜੇ ਵੱਡੀਆਂ ਖੂਨ ਦੀ ਨਸਾਂ ਮਿਡਲ ਸੈਰਬਰਲ ਆਰਟਰੀ, ਉਹਦੇ ਚ ਕਲੌਟ ਜਿਹੜਾ ਹੈਗਾ ਉਹਦੇ ਨਾਲ ਬ੍ਰੇਨ ਨੂੰ ਬਲੱਡ ਨਹੀਂ ਦਿੰਦਾ, ਉਹਦੇ ਕਰਕੇ ਸਟ੍ਰੋਕ ਦੇ ਲੱਛਣ ਹੋ ਰਹੇ ਆ। ਜਦੋਂ ਸਟ੍ਰੋਕ ਹੁੰਦਾ ਉਦੋਂ FAST ਯਾਦ ਰੱਖੋ, F ਦਾ ਮਤਲਬ ਇਹ ਵੀ ਫੇਸ ਡਰੂਪ ਹੋ ਜਾਣਾ, ਢਲਕ ਜਾਣਾ, A ਦਾ ਮੀਨਸ ਆਰਮ ਜਿਹੜਾ ਹੈਗਾ ਡਿੱਗ ਜਾਣਾ, ਲੱਤਾਂ ਬਾਹਾਂ ਉੱਚੇ ਸੱਤਿਆ ਨਹੀਂ ਰਹਿਣੀ, ਇਸ ਦਾ ਮਤਲਬ ਸਪੀਚ ਮੈਂ ਬੋਲੀ ਜਾਣਾ, ਅਗਲੇ ਨੂੰ ਕੁਝ ਸਮਝਦਾ ਨਹੀਂ ਆ, ਮੈਂ ਤੇ ਆਪਣੇ ਵੱਲੋਂ ਕਹੀ ਜਾ ਰਿਹਾ ਸਪੀਚ ਆ ਨਹੀਂ ਰਹੀ ਜਾਂ ਠੀਕ ਨਹੀਂ ਆ ਰਹੀ। ਤੇ T ਦਾ ਮਤਲਬ ਹੁੰਦਾ ਟਾਈਮ, ਵੀ ਤੁਹਾਡੇ ਕੋਲ ਟਾਈਮ ਬਹੁਤ ਘੱਟ ਆ, 911 ਕਾਲ ਕਰੋ ਜਾਂ ਐਮਰਜੈਂਸੀ ਜਾਓ, ਕਿਉਂਕਿ ਆਪਾਂ ਬਚਾਉਣਾ ਚਾਹੁੰਦੇ ਆ ਵੀ ਜਿਹੜਾ ਵੀ ਬ੍ਰੇਨ ਦਾ ਹਿੱਸਾ ਜਿਹਨੂੰ ਸਟ੍ਰੋਕ ਹੋ ਰਿਹਾ ਉਹਦੇ ਵਿੱਚ ਆਪਾਂ ਵਾਸਕੂਲਰਿਟੀ ਜਿਹੜੀ ਹੈ ਰੀਸਟੈਬਲਿਸ਼ ਕਰੀਏ ਤਾਂ ਕਿ ਉਹ ਹਿੱਸਾ ਬਚ ਸਕੇ। ਸੋ ਕੋਵਿਡ ਹੈਡ ਟੂ ਟੋ ਸਾਡੇ ਬੋਡੀ ਦੇ ਉੱਤੇ ਅਸਰ ਕਰ ਰਿਹਾ। ਜਿਹੜਾ ਆਮ ਜਿਹੜਾ ਅਸਰ ਦੇਖ ਰਹੇ ਸੀ ਲੰਗਸ ਦੇ ਉੱਤੇ, ਉਹ ਤੇ ਚਲੋ ਮੰਨਦੇ ਆ, ਲੇਕਿਨ ਕਿਹੜੇ ਵੀ ਆਰਗਨ ਦੇ ਉੱਤੇ ਅਸਰ ਕਰ ਸਕਦਾ। ਕੋਵਿਡ ਦੇ ਨਾਲ ਬਹੁਤ ਸਾਰੀਆਂ ਸਿੰਪਟਮਸ ਜੁੜੇ ਹੋਏ ਨੇ, ਡਿਫਰੈਂਟ ਸਿੰਪਟਮਸ ਆ ਰਹੇ ਨੇ, ਤੇ ਨਾਲ ਅਸੀਂ ਹੋਰ ਸਾਰੀਆਂ ਬਿਮਾਰੀਆਂ ਨੂੰ ਭੁੱਲ ਚੁੱਕੇ ਹੈਗੇ ਆ ਹੁਣ, ਕਿ ਹੋਰ ਬਿਮਾਰੀਆਂ ਵੀ ਸਾਡੇ ਕੋਲ ਐਗਜ਼ਿਸਟ ਕਰਦੀਆਂ ਸੀ, ਸਵੀਅਰ ਬਿਮਾਰੀਆਂ ਐਗਜ਼ਿਸਟ ਕਰਦੀਆਂ ਸੀ। ਸੋ ਹੁਣ ਹੌਲੀ ਹੈਲਥ ਕੇਅਰ ਸਿਸਟਮ ਵੀ ਰਿਜ਼ਿਊਮ ਹੋਣ ਵਾਲਾ, ਸਰਜਰੀਜ਼ ਵੀ ਰਿਜ਼ਿਊਮ ਹੋਣ ਵਾਲੀਆਂ ਨੇ। ਸੋ ਹੁਣ ਜਦੋਂ ਅਸੀਂ ਬੈਕ ਟੂ ਨਾਰਮਲ ਤਾਂ ਨਹੀਂ, ਪਰ ਅਸੀਂ ਫਿਰ ਵੀ ਇੱਕ ਨਾਰਮਲ ਲਾਈਫ ਦੇ ਵਿੱਚ ਜਾਵਾਂਗੇ। ਰੈਸਟੋਰੈਂਟਸ ਦੇ ਵਿੱਚ ਵੀ ਜਿਵੇਂ ਅਸੀਂ ਗੱਲ ਕਰ ਰਹੇ ਸੀ ਕਿ ਦੁਬਾਰਾ ਜੇ ਅਸੀਂ ਜਾਣਾ ਹੈ ਤਾਂ ਉਹਦੇ ਲਈ ਵੀ ਥੋੜੇ ਲੋਕ ਜਾਇਆ ਕਰਨਗੇ, ਥੋੜਾ ਸਟਾਫ ਹੋਇਆ ਕਰੂਗਾ, ਸੋ ਬਹੁਤ ਚੀਜ਼ਾਂ ਨੂੰ ਦੇਖਣੀਆਂ ਪੈਣਗੀਆਂ। ਪਰ ਹੁਣ ਹਸਪੀਟਲਸ ਦੇ ਵਿੱਚ ਕਿਵੇਂ ਕੰਮ ਹੋਵੇਗਾ? ਹਸਪੀਟਲ ਦੇ ਵਿੱਚ ਕਿਉਂਕਿ ਤੁਸੀਂ ਜਦੋਂ ਪੇਸ਼ੈਂਟ ਨੂੰ ਦੇਖਣਾ, ਖਾਸ ਕਰਕੇ ਜੇ ਤੁਹਾਡੀ ਗੱਲ ਕਰੀਏ ਤਾਂ ਤੁਸੀਂ ਛੋਟੇ ਬੱਚਿਆਂ ਨੂੰ ਦੇਖਣਾ ਆ, ਸੋ ਕਿੱਦਾਂ ਦਾ ਨਿਊ ਨਾਰਮਲ ਆਵੇਗਾ ਹਸਪੀਟਲਸ ਦੇ ਵਿੱਚ? ਦੇਖੋ ਆਲਰੇਡੀ ਜਿਹੜਾ ਹੈਗਾ ਨਾ ਇਹਦਾ ਇੰਪੈਕਟ ਹੁਣ ਪਿਛਲੇ ਕਰੀਬਨ 8 ਹਫ਼ਤੇ ਤੋਂ ਅਸੀਂ ਲਾਕਡਾਊਨ 'ਚ ਹੈਗੇ ਆ। ਸੋ ਜਿਹੜਾ ਡੇਟਾ ਆ ਰਿਹਾ, ਆਮ ਕਰਕੇ 115 ਡੈਥ ਪਰ ਡੇ BC 'ਚ ਹੁੰਦੀਆਂ, ਐਵਰੀ ਡੇ ਹੁੰਦੀਆਂ, ਵੱਖ-ਵੱਖ ਰੀਜ਼ਨ ਕਰਕੇ, ਐਕਸੀਡੈਂਟ ਕਰਕੇ, ਹੈਲਥ ਕਰਕੇ, 올ਡ ਏਜ ਕਰਕੇ, ਜੋ ਵੀ ਹੈ। ਆਪਾਂ ਦੇਖ ਰਹੇ ਹਾਂ ਵੀ ਕਰੀਬਨ 60 ਡੈਥ ਐਕਸਟਰਾ ਹੋਈਆਂ, ਜਿਹੜੀ ਕੋਵਿਡ ਦੇ ਵਿੱਚ ਅਸੀਂ ਕਾਊਂਟ ਨਹੀਂ ਕਰ ਸਕਦੇ। ਹੁਣ ਉਹ ਡਾਕਟਰ ਬੋਨੀ ਹੈਨਰੀ ਉਹਦੀ ਤਹਿਕੀਕਾਤ ਕਰ ਰਹੀ ਵੀ ਉਹਦਾ ਰੀਜ਼ਨ ਕੀ ਹੈ, ਕਿ ਉਹ ਲੇਟ ਆਏ ਹਸਪੀਟਲ, ਕਿ ਉਹ ਘਰਾਂ 'ਚ ਹੀ ਪੂਰੇ ਹੋ ਗਏ ਜਿਨ੍ਹਾਂ ਨੂੰ ਹਸਪੀਟਲ ਆਉਣਾ ਚਾਹੀਦਾ ਸੀ। ਸੋ ਵੱਖ-ਵੱਖ ਰੀਜ਼ਨ ਹੋ ਸਕਦੇ ਆ, ਕਿਉਂਕਿ 40% ਐਮਰਜੈਂਸੀ ਡਿਪਾਰਟਮੈਂਟ ਖਾਲੀ ਪਿਆ, ਜਿਹੜਾ 100% ਲੋਕੀ ਡਰਦੇ ਆ, ਹਸਪੀਟਲ ਜਾਂਦੇ ਨਹੀਂ ਆ ਕਿ ਸਾਨੂੰ ਕੋਵਿਡ ਨਾ ਹੋ ਜਾਏ। ਮੈਂ ਫੇਰ ਬੇਨਤੀ ਕਰੂੰਗਾ, ਅਗਰ ਤੁਹਾਨੂੰ ਕੋਈ ਰੀਅਲ ਐਮਰਜੈਂਸੀ ਹੈਗੀ, ਕੋਵਿਡ ਇੱਕ ਚੀਜ਼ ਹੈਗੀ ਹੈ, ਇਨਫੈਕਸ਼ਨ ਹੈਗਾ, ਬਟ ਸਰੀਰ 'ਚ ਹੋਰ ਵੀ ਰੋਗ ਹੋ ਸਕਦੇ ਆ। ਤੁਹਾਨੂੰ ਜ਼ਰੂਰ ਅਗਰ ਕੋਈ ਐਮਰਜੈਂਸੀ ਤਾਂ ਐਮਰਜੈਂਸੀ ਡਿਪਾਰਟਮੈਂਟ ਜਾਣਾ ਚਾਹੀਦਾ, ਉਹ 24 ਘੰਟੇ ਖੁੱਲੇ ਤੁਹਾਡੀ ਸੇਵਾ ਦੇ ਲਈ ਹਾਜ਼ਰ ਹੈ। ਦੂਜੀ ਗੱਲ ਹੈਗੀ ਆ ਵੀ ਜਿਹੜੇ ਬੱਚਿਆਂ ਦੇ ਵਿੱਚ ਬਹੁਤ ਘੱਟ ਆ, ਅਗਰ ਆਪਾਂ ਦੇਖੀਏ 4.7%, ਸਾਡੇ ਕੋਲ ਡਿਟੇਲ ਡੇਟਾ ਨਹੀਂ ਆ, ਲੇਕਿਨ 19 ਸਾਲ ਤੋਂ ਥੱਲੇ ਉਹਨਾਂ ਨੂੰ ਕੈਟੇਗਰੀ 'ਚ ਪਾਇਆ ਗਿਆ ਤੇ 4.7, ਔਰ ਬਹੁਤ ਘੱਟ ਬੱਚੇ, ਕਰੀਬਨ ਕਹਿ ਲਓ ਵੀ 15 ਤੋਂ 20 ਬੱਚੇ ਐਡਮਿਟ ਕੀਤੇ ਗਏ ਹਸਪੀਟਲ 'ਚ, ਔਰ ਕੁਝ 2 ਜਾਂ 3 ICU 'ਚ ਗਏ, ਔਰ ਮੇ ਬੀ ਵੈਰੀ ਲਿਮਿਟਡ ਯੂਥ ਦੀਆਂ ਡੈਥ ਹੋਈਆਂ। ਸੋ ਬੱਚਿਆਂ ਨੂੰ ਇੰਨਾ ਜ਼ਿਆਦਾ ਤੰਗ ਨਹੀਂ ਕਰ ਰਿਹਾ, ਉਹਦੇ ਕਈ ਰੀਜ਼ਨ ਹੋ ਸਕਦੇ। ਪਹਿਲਾ ਰੀਜ਼ਨ ਹੈਗਾ ਵੀ ਉਹਨਾਂ ਦਾ ਇਮਿਊਨ ਸਿਸਟਮ ਇੰਨਾ ਸਟਰੋਂਗ ਹੈਗਾ, ਉਹਨਾਂ ਨੂੰ ਵੈਕਸੀਨਸ ਮਿਲ ਰਹੀ ਹੈ ਤੇ ਆਲਰੇਡੀ ਉਹਨਾਂ ਦਾ ਸਿਸਟਮ ਹਾਈਪਰ ਵਿਜੀਲੈਂਟ ਔਰ ਬੂਸਟ ਹੈਗਾ। ਸੋ ਇਹ ਮੇਨ ਰੀਜ਼ਨ ਹੋ ਸਕਦਾ। ਜਿਹੜੇ 올ਡ ਏਜ 'ਚ ਹੋਈਆਂ, ਇੱਕ ਤਾਂ ਉਹਨਾਂ ਦਾ ਇਮਿਊਨ ਸਿਸਟਮ ਕਮਜ਼ੋਰ ਆ, ਉਹਨਾਂ ਨੂੰ ਸ਼ੂਗਰ ਆ, ਉਹਨਾਂ ਨੂੰ ਬਲੱਡ ਪ੍ਰੈਸ਼ਰ ਆ, ਹਾਰਟ ਪ੍ਰੋਬਲਮ ਆ, ਕੋਈ ਦਵਾਈਆਂ ਲੈ ਰਹੇ ਆ, ਉਹ ਵੀ ਰੀਜ਼ਨ ਹੋ ਸਕਦਾ। ਸੋ ਸਾਨੂੰ ਆਉਣ ਵਾਲੇ ਕਰੀਬਨ 1-2 ਸਾਲ ਫਿਜ਼ੀਕਲ ਡਿਸਟੈਂਸ ਮੇਨਟੇਨ ਰੱਖਣਾ ਪਊਗਾ। ਮੈਂ ਤਾਂ ਕਹੂੰਗਾ ਵੀ ਮਾਸਕ ਜ਼ਰੂਰ ਲਾ ਕੇ ਜਾਈਏ, ਹੈ ਨਾ। ਠੀਕ ਹੈ, ਮੈਂ ਨਾਨ ਮੈਡੀਕਲ ਮਾਸਕ ਲਾਇਆ, ਸਮਝੋ ਮੈਂ ਖੰਘੂੰਗਾ ਤਾਂ ਕਰੀਬਨ 80-90% ਵਾਇਰਸ ਮੇਰੇ ਕੋਲ ਰਹੂਗਾ, ਬਾਹਰ ਨਹੀਂ ਜਾਊਗਾ। ਲੇਕਿਨ ਅਗਰ ਸਾਰਿਆਂ ਨੇ ਲਾਇਆ ਤੇ ਸਾਰੇ ਆਪਣੇ ਕੋਲ ਰੱਖਣਗੇ ਤੇ ਬਾਹਰ ਸਪਰੈਡ ਤਾਂ ਹੋਊਗਾ ਨਹੀਂ। ਸੋ ਇਹ ਬੜਾ ਕਾਮਨ ਲੌਜਿਕ ਦੀ ਗੱਲ ਹੈਗੀ ਆ। ਦੂਜਾ, ਹੈਂਡ ਵਾਸ਼ਿੰਗ ਸੋਪ ਔਰ ਵਾਟਰ ਦੇ ਨਾਲ ਲੋੜਾ, ਔਰ ਅਸੀਂ ਆਪਣੇ ਨਾ, ਹੁਣ ਮੈਂ ਕਾਫੀ ਵਰਚੁਅਲ ਹੈਲਥ ਦੇ ਨਾਲ, ਜਿਵੇਂ ਹਰ ਇੱਕ ਟੈਕਨੋਲੋਜੀ ਦੇ ਨਾਲ, ਜਿੱਦਾਂ ਅੱਜ ਵੀ ਵਰਚੁਅਲੀ ਆਪਾਂ ਜਿਹੜਾ ਇੰਟਰਵਿਊ ਕਰ ਰਹੇ ਹਾਂ, ਤੁਹਾਡੇ ਸਟੂਡੀਓ 'ਚ ਨਹੀਂ ਬੈਠੇ,
ਸੋ ਇਹ ਟੈਕਨੋਲੋਜੀ ਦੇ ਨਾਲ ਵੀ ਮੈਂ ਪੇਸ਼ੈਂਟਸ ਨੂੰ ਦੇਖ ਰਿਹਾ ਔਰ ਆ ਇੰਟਰਵਿਊ ਖਤਮ ਹੋਏਗਾ ਉਹਦੇ ਬਾਅਦ ਵੀ ਫਿਰ ਮੈਂ ਆਪਣਾ ਕਲੀਨਿਕ ਜਿਹੜਾ ਹੈਗਾ ਘਰੋਂ ਆਪਰੇਟ ਕਰਨਾ। ਅਸੀਂ ਸਿਰਫ ਦੇਖਦੇ ਹਾਂ ਜਿਹੜੇ ਰੀਅਲ ਐਮਰਜੈਂਸੀ ਵਾਲੇ ਜਿਨ੍ਹਾਂ ਨੂੰ ਸਾਨੂੰ ਫਿਜ਼ੀਕਲੀ ਦੇਖਣਾ ਹੀ ਪੈਣਾ, ਜਿਹੜੇ ਸਿੱਖ ਹੈਗੇ, ਬਟ ਕਾਫੀ ਕੁਝ ਕੰਮ ਜਿਹੜਾ ਵਰਚੁਅਲ ਹੈਲਥ ਦੇ ਨਾਲ ਹੋ ਰਿਹਾ। ਟੈਲਸ ਵੱਲੋਂ ਇੱਕ ਪ੍ਰੋਗਰਾਮ ਵੀ ਹੈਗਾ ਬੈਬੀਲੋਨ, BABYLON, ਔਰ ਕੋਈ ਵੀ ਰੈਸੀਡੈਂਟ ਹੈਗਾ ਕੈਨੇਡਾ ਦਾ ਜਿਹਦੇ ਕੋਲ ਵੈਲਿਡ ਹੈਲਥ ਕੇਅਰ ਹੈਗਾ ਕਾਰਡ, ਐਨੀਵੇਅਰ ਇਨ ਦਾ ਵਰਲਡ ਉਹ ਐਕਸੈਸ ਕਰ ਸਕਦਾ। ਅਗਰ ਤੁਸੀਂ ਇੰਡੀਆ ਬੈਠੇ, ਯੂਰਪ ਬੈਠੇ ਹੋ, ਜਿੱਥੇ ਮਰਜ਼ੀ ਬੈਠੇ ਹੋ ਜਾਂ ਇੱਥੇ, ਔਰ ਉਹ 24/7 ਖੁੱਲਾ। ਦੂਜਾ ਵਰਚੁਅਲ ਕਲੀਨਿਕਸ ਖੁੱਲੀਆਂ ਹੈਗੀਆਂ, ਕਈਆਂ ਨੇ ਖੋਲੀਆਂ ਹੋਈਆਂ, ਤੁਸੀਂ ਉਹ ਦੇਖ ਸਕਦੇ ਹੋ ਸੋਸ਼ਲ ਮੀਡੀਆ 'ਚ virtual.ca ਜਿਹੜਾ ਕਾਫੀ ਕਾਮਨ ਹੈਗਾ। ਸੋ ਤੁਹਾਡੇ ਕੋਲ ਹੈਲਥ ਕੇਅਰ ਦੇ ਲਈ ਤਾਂ ਸੁਵਿਧਾ ਮੌਜੂਦ ਹੈਗੀ, ਲੇਕਿਨ ਤੁਹਾਨੂੰ ਆਪ ਐਕਸੈਸ ਕਰਨਾ ਚਾਹੀਦਾ। ਪਰ ਜਦੋਂ ਲੋਕ ਆਉਣਗੇ ਹਸਪੀਟਲ ਦੇ ਵਿੱਚ, ਹਸਪੀਟਲ ਦੇ ਵੱਲੋਂ ਵੀ ਪੁਖਤਾ ਇੰਤਜ਼ਾਮ ਕੀਤੇ ਜਾਣਗੇ ਕਿ ਕਲੀਨਿਕ ਦੇ ਵਿੱਚ ਕਿੱਦਾਂ 6 ਮੀਟਰ ਦੀ ਦੂਰੀ ਹੋਵੇ, ਕਿਵੇਂ ਪੇਸ਼ੈਂਟ ਹੋਣਗੇ, ਕਿਉਂਕਿ ਕਈ ਵਾਰ ਸੀਟਿੰਗ ਆਰਡਰ ਦੇ ਵਿੱਚ ਹੁਣ ਅਸੀਂ ਬਾਹਰ ਦੇਖਦੇ ਹਾਂ ਕਿ ਜਦੋਂ ਸਾਡੀ ਵਾਰੀ ਨਹੀਂ ਆਈ ਹੁੰਦੀ ਤਾਂ ਅਸੀਂ ਵੇਟ ਕਰ ਰਹੇ ਹੁੰਦੇ ਹਾਂ, ਤਾਂ ਉੱਥੇ ਕਈ ਪੇਸ਼ੈਂਟ ਕਿਊ ਦੇ ਵਿੱਚ ਹੁੰਦੇ ਨੇ। ਸੋ ਉਹ ਚੇਂਜ ਹੋ ਜਾਏਗਾ ਸਾਰਾ ਸਿਸਟਮ ਆਉਣ ਵਾਲੇ ਦਿਨਾਂ ਦੇ ਵਿੱਚ। ਆਲਰੇਡੀ ਚੇਂਜ ਹੋ ਰਿਹਾ ਔਰ ਕਾਫੀ ਹਸਪੀਟਲ 'ਚ ਆਲਰੇਡੀ ਹੋ ਚੁੱਕਿਆ ਵੀ ਜਿਹੜਾ ਫਿਜ਼ੀਕਲ ਡਿਸਟੈਂਸ ਹੈ ਉੱਥੇ ਫੋਲੋ ਕੀਤਾ ਜਾ ਰਿਹਾ। ਔਰ ਉਦਾਂ ਵੀ ਮੈਂ ਕਹਿ ਰਿਹਾ ਵੀ 40% ਤਾਂ ਰਸ਼ ਉਦਾਂ ਹੀ ਘਟ ਗਿਆ ਐਮਰਜੈਂਸੀ 'ਚ, ਹੈ ਨਾ। ਸੋ ਉਹ ਸਾਨੂੰ ਬਿਲਕੁਲ ਸਭ्य ਹੋ ਕੇ ਫੋਲੋ ਕਰਨਾ ਪਊਗਾ, ਕਿਉਂਕਿ ਅਗਰ ਆਪਾਂ ਉਹ ਫਿਜ਼ੀਕਲ ਡਿਸਟੈਂਸ ਰੱਖਾਂਗੇ, ਸਾਰਾ ਕੁਝ ਕਰਾਂਗੇ, ਤੇ ਵਾਇਰਸ ਜਿਹੜਾ ਟ੍ਰਾਂਸਮਿਸ਼ਨ ਹੈ ਉਹਨੂੰ ਅਸੀਂ ਰੋਕ ਸਕਾਂਗੇ। ਅਸੀਂ ਆਲਰੇਡੀ ਪ੍ਰੂਵ ਕਰ ਚੁੱਕੇ ਹਾਂ। ਸੋ ਉਹ ਮੈਥਡ ਜਿਹੜਾ ਹੈਗਾ ਸਾਨੂੰ ਫੋਲੋ ਕਰਨਾ ਪੈਣਾ। ਔਰ ਜਦ ਤੱਕ ਇਹਦੀ ਵੈਕਸੀਨ ਨਹੀਂ ਆਉਂਦੀ, ਵੈਕਸੀਨ ਦੀ ਬਹੁਤ ਜ਼ਿਆਦਾ ਟਰਾਇਲਸ ਚੱਲ ਰਹੀਆਂ, 7 ਟਰਾਇਲਸ ਚੱਲ ਰਹੀਆਂ ਇਸ ਵੇਲੇ ਹਿਊਮਨਸ ਦੇ ਉੱਤੇ। ਸੋ ਸਾਨੂੰ ਆਸ ਹੈਗੀ ਸਾਲ ਤੱਕ ਵੈਕਸੀਨ ਆਊਗੀ, ਤੇ ਜਦ ਤੱਕ ਵੈਕਸੀਨ ਨਹੀਂ ਆਉਂਦੀ ਸਾਨੂੰ ਇਹ ਸਾਰੀਆਂ ਚੀਜ਼ਾਂ ਕਰਨੀਆਂ ਪੈਣੀਆਂ। ਔਰ ਵੈਕਸੀਨ ਜਿਹੜੀ ਆ ਉਹ ਜਦੋਂ ਆਏਗੀ ਉਦੋਂ ਫਿਰ ਆਪਾਂ ਉਹਦੇ ਬਾਰੇ ਵਧੇਰੀ ਗੱਲਬਾਤ ਕਰਾਂਗੇ। ਲੇਕਿਨ ਫਿਲਹਾਲ ਤਾਂ ਇਹੀ ਮੈਂ ਕਹੂੰਗਾ ਵੀ ਕੋਵਿਡ ਜਿਹੜਾ ਹੈਗਾ ਇਹ ਮਲਟੀ ਡਾਇਮੈਂਸ਼ਨਲ ਹੈਗਾ, ਵੀ ਜਿੱਥੇ ਤੁਹਾਨੂੰ ਇਨਫੈਕਸ਼ਨ ਕਰ ਸਕਦਾ, ਤੁਹਾਡੀ ਮਾਨਸਿਕਤਾ ਦੇ ਉੱਤੇ ਅਸਰ ਕਰ ਸਕਦਾ, ਤੁਹਾਡੇ ਇਕਨੋਮਿਕਸ ਦੇ ਉੱਤੇ ਅਸਰ ਕਰ ਸਕਦਾ। ਜਿਹੜੀ ਜ਼ਿੰਦਗੀ ਆ ਉਹ ਪਹਿਲੇ ਵਰਗੀ ਨਹੀਂ ਰਹਿਣੀ, ਇਹ ਸਾਨੂੰ ਐਕਸੈਪਟ ਕਰਨਾ ਪੈਣਾ। ਔਰ ਬੜੇ ਸਾਲ ਲੱਗਣਗੇ ਹੌਲੀ ਇਸ ਤੋਂ ਜਦੋਂ ਆਪਾਂ ਪਹਿਲੋਂ ਸਾਰੀਆਂ ਚੀਜ਼ਾਂ ਕਰਦੇ ਸੀ ਉਸ 'ਚ ਜਾਣ ਵਾਸਤੇ। ਮੈਨੂੰ ਤਾਂ ਲੱਗਦਾ ਜਿਹੜਾ 50 ਤੋਂ ਲੋਵਰ ਵਾਲਾ ਰੂਲ ਹੈ 2 ਸਾਲ ਤੱਕ ਰਹੂਗਾ, ਮੈਨੂੰ ਲੱਗਦਾ ਹਰ ਇੱਕ ਪਾਸੇ ਪੂਰੇ ਕੈਨੇਡਾ 'ਚ ਹੌਲੀ ਲਿਫਟ ਹੋਊਗਾ। ਸੋ ਇਹਨਾਂ ਤੁਸੀਂ ਦੇਖ ਸਕਦੇ ਸਾਡੇ ਵਿਆਹ ਸ਼ਾਦੀਆਂ, ਸਾਡੇ ਜਿਹੜੇ ਨਗਰ ਕੀਰਤਨ ਆ, ਸਾਡੇ ਜਿਹੜੇ ਕਬੱਡੀ ਟੂਰਨਾਮੈਂਟਸ ਆ, ਸੌਕਰ ਟੂਰਨਾਮੈਂਟਸ, ਹਾਕੀ ਟੂਰਨਾਮੈਂਟਸ, ਉਹ ਸਾਰੇ ਸਥਗਿਤ ਹੋਏ। ਸੋ ਲੇਕਿਨ ਸਾਨੂੰ ਥੋੜੇ ਟਾਈਮ ਵਾਸਤੇ ਪੌਜ਼ ਲੈਣਾ ਚਾਹੀਦਾ, ਕਿਉਂਕਿ ਲੌਂਗ ਟਰਮ ਵਾਸਤੇ ਇਹ ਸਾਨੂੰ ਹੈਲਪ ਕਰੂਗਾ। ਬਿਲਕੁਲ ਜੀ, ਬਹੁਤ ਤੁਸੀਂ ਅਪਡੇਟਸ ਦਿੰਦੇ ਰਹਿੰਦੇ ਹੋ ਕਿ ਕੀ ਕੁਝ ਹੋਣ ਵਾਲਾ ਆ, ਤੇ ਸਾਨੂੰ 2 ਸਾਲ ਅੱਗੇ ਲਈ ਇਸੇ ਤਰ੍ਹਾਂ ਹੀ ਆਪਦਾ ਰੂਟੀਨ ਬਣਾ ਲੈਣਾ ਚਾਹੀਦਾ, ਆਪਦੇ ਮਨ ਦੇ ਵਿੱਚ ਬਿਠਾ ਲੈਣਾ ਚਾਹੀਦਾ ਕਿ ਹੁਣ ਇਸ ਤਰ੍ਹਾਂ ਹੀ ਲਾਈਫ ਹੈ ਤੇ ਇਦਾਂ ਹੀ ਜਿਉਣਾ। ਸਾਨੂੰ 2019 ਤੋਂ ਪਹਿਲਾਂ ਵਾਲੀ ਲਾਈਫ ਨੂੰ ਮੈਨੂੰ ਲੱਗਦਾ ਇੱਕ ਵਾਰੀ ਤਾਂ ਸਾਈਡ ਤੇ ਰੱਖਣਾ ਪੈਣਾ ਕਿ ਉਹ ਵੀ ਇੱਕ ਲਾਈਫ ਹੁੰਦੀ ਸੀਗੀ। ਸੋ ਲਾਸਟ ਦੇ ਉੱਤੇ ਵੀਅਰਸ ਨੂੰ ਕੀ ਕਹਿਣਾ ਚਾਹੁੰਦੇ? ਮੈਂ ਕਹੂੰਗਾ ਵੀ ਜਿੱਦਾਂ ਗੁਰਬਾਣੀ ਕਹਿੰਦੀ ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ। ਵੀ ਅਗਰ ਆਪਾਂ ਸ਼ਬਦ ਗੁਰੂ ਦੇ ਨਾਲ, ਆਪਾਂ ਡਿਵਾਈਨ ਦੇ ਨਾਲ ਕਨੈਕਟ ਕਰੀਏ, ਸਤਿਗੁਰ, ਸ਼ਰਨ ਦਾ ਮਤਲਬ ਹੁੰਦਾ ਉਹਦੀ ਛਤਰ ਛਾਇਆ 'ਚ। ਜਿੱਦਾਂ ਹੁਣ ਮੀਂਹ ਪੈ ਰਿਹਾ, ਛਤੜੀ ਹੈਗੀ ਨਾ, ਉਹਨੂੰ ਕਹਿੰਦੇ ਸ਼ਰਨ। ਸੋ ਉਹਦੇ ਤਾਂ ਹੀ ਆ ਸਕਦੇ ਅਗਰ ਆਪਾਂ ਬਿਲੀਵ ਕਰਾਂਗੇ। ਸੋ ਤੁਹਾਡੀ ਬਿਲੀਫ ਸਿਸਟਮ ਨੂੰ ਐਨਹਾਂਸ ਕਰੋ, ਸ਼ਰਧਾ ਨੂੰ, ਭਾਵਨਾ। ਸਤਿਗੁਰ ਆਇਓ ਸ਼ਰਨ ਤੁਹਾਰੀ, ਫਿਰ ਕੀ ਮਿਲੂਗਾ? ਆਪਣੇ ਆਪ ਨੂੰ ਸਰੈਂਡਰ ਕਰ ਦਿਓ, ਮਿਲੇ ਸੁਖ, ਪਹਿਲਾਂ ਸੁਖ ਮਿਲੂਗਾ, ਨਾਮ ਮਿਲੂਗਾ। ਨਾਮ ਪਦਾਰਥ ਬਹੁਤ ਔਖਾ ਹੁੰਦਾ ਕਮਾਉਣਾ। ਮਿਲੇ ਸੁਖ ਨਾਮ ਹਰ ਸੋਭਾ, ਤੁਹਾਡੀ ਸੋਭਾ ਵਧੇਗੀ। ਚਿੰਤਾ ਲਾਹੇ ਹਮਾਰੀ, ਜਦੋਂ ਆਪਾਂ ਹੁਣ ਐਂਗਜ਼ਾਇਟੀ ਡਿਪਰੈਸ਼ਨ ਦੀ ਗੱਲ ਕੀਤੀ ਸੀ, ਉਹ ਵੀ ਘਟੂਗਾ। ਕਿਉਂਕਿ ਅਗਰ ਆਪਾਂ ਉਸ ਪੋਜ਼ਿਟਿਵਿਟੀ ਜਿਹੜਾ ਸਪਿਰਿਚੁਅਲ ਐਂਗਲ ਹੈ ਉਸ ਤੋਂ ਦੇਖਾਂਗੇ, ਉਹਦੇ ਨਾਲ ਵੀ ਸੈਰੋਟੋਨਿਨ ਸੈਕਰੀਟ ਹੁੰਦਾ। ਸੋ ਐਕਸਰਸਾਈਜ਼ ਤੇ ਸਪਿਰਿਚੁਅਲਿਜ਼ਮ, ਇਹ ਦੋਵੇਂ ਜਿਹੜੀਆਂ ਹੈਗੀ ਆਪਣੀ ਝੋਲੀ 'ਚ ਬੰਨ ਕੇ ਰੱਖੋ। ਇਹ ਔਖਾ ਟਾਈਮ ਲੰਘ ਜਾਊਗਾ, ਜ਼ਰੂਰ ਲੰਘੂਗਾ। ਬੜੇ ਐਪੀਡੈਮਿਕਸ, ਬੜੇ ਪੈਂਡੈਮਿਕਸ ਆਏ ਆ, ਉਹ ਵੀ ਲੰਘ ਗਏ, ਇਹ ਵੀ ਲੰਘ ਜਾਊਗਾ। ਨਿਊ ਨਾਰਮਲ ਜਿਹੜਾ ਹੈਗਾ ਥੋੜੇ ਸਾਲ ਵਾਸਤੇ ਸਾਨੂੰ ਰੱਖਣਾ ਪੈਣਾ। ਅੱਛੇ ਦਿਨ ਜ਼ਰੂਰ ਆਉਣਗੇ। ਬਿਲਕੁਲ ਜੀ, ਥੈਂਕ ਯੂ ਸੋ ਮਚ। ਤੇ ਤੁਸੀਂ ਵੀ ਇਦਾਂ ਹੀ ਸਾਨੂੰ ਅਪਡੇਟ ਦਿੰਦੇ ਰਹੋ ਤੇ ਸਟੇ ਸੇਫ ਐਟ ਹੋਮ। ਬਹੁਤ ਬਹੁਤ ਧੰਨਵਾਦ ਅਰਸ਼ ਜੀ, ਯੂ ਡੂਇੰਗ ਵੈਰੀ ਗੁੱਡ ਜੌਬ, ਵੈਰੀ ਪ੍ਰਾਊਡ ਆਫ ਯੂ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸੋ ਅੱਜ ਗੱਲਬਾਤ ਹੋਈ ਡਾਕਟਰ ਪ੍ਰਗਟ ਸਿੰਘ ਭੁਰਜੀ ਦੇ ਨਾਲ, ਜਿਹੜੇ ਹਰ ਹਫਤੇ ਸਾਨੂੰ ਅਪਡੇਟ ਦਿੰਦੇ ਨੇ ਕਿ ਕੀ ਕੁਝ ਹੋ ਰਿਹਾ BC ਦੇ ਵਿੱਚ ਤੇ ਵਰਲਡ ਦੇ ਵਿੱਚ, ਤੇ ਮੈਡੀਕਲ ਦੀ ਦੁਨੀਆ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਇਸ COVID-19 ਨੂੰ ਲੈ ਕੇ। ਬਿਲਕੁਲ 2 ਸਾਲ ਤੱਕ ਸਾਨੂੰ ਇਹੀ ਨਵਾਂ ਨਾਰਮਲ ਅਪਣਾਉਣਾ ਪਵੇਗਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੈਕਸੀਨ ਆਵੇਗੀ ਉਹਦੇ ਬਾਰੇ ਵੀ ਤੁਹਾਨੂੰ ਅਪਡੇਟ ਕਰਦੇ ਰਵਾਂਗੇ, ਤੇ ਕੀ ਕੁਝ ਹੋ ਰਿਹਾ ਦੁਨੀਆ ਦੇ ਵਿੱਚ ਇਹਦੇ ਲਈ ਵੀ ਅਪਡੇਟ ਕਰਦੇ ਰਵਾਂਗੇ। ਦੇਖਦੇ ਰਹੋ ਸਾਂਝਾ TV। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।